ਇੱਥੇ 2019 ਦੇ ਵਿੱਚ ਜਿਮਨੀ ਚੋਣ ਹੁੰਦੀ ਆ, ਜਿਹਦੇ ਵਿੱਚ ਬਹੁਜਨ ਸਮਾਜ ਪਾਰਟੀ ਬੰਨਿਓ ਇਹਨਾਂ ਨੂੰ ਉਮੀਦਵਾਰ ਐਲਾਨਿਆ ਜਾਂਦਾ ਔਰ ਬਾਅਦ ਦੇ ਵਿੱਚ ਇਹਨਾਂ ਨੂੰ ਟਿਕਟ ਨਹੀਂ ਦਿੱਤੀ ਜਾਂਦੀ। ਕਿਸੇ ਵੀ ਦਾਖੇ ਹਲਕੇ ਤੋਂ ਜਿਵੇਂ ਤੁਹਾਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ, ਤੁਹਾਨੂੰ ਚੋਣ ਨਿਸ਼ਾਨ ਨਾ ਦੇਣ ਦਾ ਕਾਰਨ ਕੀ ਆ? ਤਾਂ ਜਦੋਂ ਮੈਨੂੰ ਨਹੀਂ ਚੋਣ ਨਿਸ਼ਾਨ ਦਿੱਤਾ ਜਾਂਦਾ ਤਾਂ ਮੈਨੂੰ ਐਸਡੀਐਮ ਲੁਧਿਆਣੇ ਤੋਂ ਇੱਕ ਫੋਨ ਆਉਂਦਾ ਵਾ ਕਿ ਤੁਸੀਂ ਬਹੁਜਨ ਸਮਾਜ ਪਾਰਟੀ ਤੋਂ ਕਾਗਜ਼ ਜਿਹੜੇ ਨੇ ਦਾਖਲ ਕੀਤੇ ਨੇ, ਪਰ ਤੁਹਾਡੀ ਟਿਕਟ ਨਹੀਂ ਲੱਗੀ ਹੋਈ। ਜਦੋਂ ਮੈਂ ਆਪਦੇ ਸਾਥੀ ਤੋਂ ਇਕੱਠੇ ਕਰਕੇ 10 ਬੰਦੇ ਲੁਧਿਆਣੇ ਪਹੁੰਚਦਾ ਵਾਂ ਤਾਂ ਪਰਗਣ ਬਿਲਗਾ ਮੈਨੂੰ ਬਾਹਰ ਹੀ ਗੇਟ 'ਤੇ ਰੋਕ ਲੈਂਦੇ ਨੇ ਕਿ ਜਿਹੜੀਆਂ 3 ਸੀਟਾਂ ਦੇ ਬਾਰੇ ਕੋਈ ਗੱਲ ਕਰਦੇ ਨੇ, ਉਹ ਦੋਸ਼ ਲਾਉਂਦੇ ਨੇ ਗੜੀ 'ਤੇ ਕਿ ਵੀ ਇਹ ਸੀਟਾਂ ਪਹਿਲਾਂ ਹੀ ਵੇਚ ਦਿੱਤੀਆਂ ਸੀਗੀਆਂ, ਚੋਣ ਨਿਸ਼ਾਨ ਇਹਨਾਂ ਨੂੰ ਤਾਂ ਨਹੀਂ ਸੀ ਦਿੱਤੇ ਗਏ। ਤਾਂ ਮੈਨੂੰ ਸੁਣ ਕੇ ਬੜਾ ਅਫਸੋਸ ਹੋਇਆ ਵਾ। ਇਹ ਨਹੀਂ ਲੱਗਿਆ ਜਦੋਂ ਪਰਗਣ ਬਿਲਗਾ ਨੇ ਤੁਹਾਨੂੰ ਰੋਕ ਕੇ ਉਹਨਾਂ ਨੇ ਕਹਿ ਦਿੱਤਾ ਵੀ ਤੁਹਾਡੇ ਸਾਈਨ ਤੱਕ ਜਾਲੀ ਕਰ ਦਿੱਤੇ ਗਏ, ਤੁਹਾਨੂੰ ਇਹ ਨਹੀਂ ਲੱਗਿਆ ਕਿ ਇੱਥੇ ਕੋਈ ਗੜਬੜ ਆ? ਕਿਉਂਕਿ ਪਹਿਲੀ ਵਾਰੀ ਮੈਂ ਚੋਣ ਲੜੀ ਸੀਗੀ, ਪਹਿਲੀ ਵਾਰੀ ਇਹਨਾਂ ਨੇ ਮੈਨੂੰ ਧੋਖਾ ਦਿੱਤਾ ਬਹੁਜਨ ਸਮਾਜ ਪਾਰਟੀ ਤੋਂ ਖੜਾ ਕੇ। ਤਾਂ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਹੱਥ ਹੀ ਨਹੀਂ ਦਿੱਤਾ। ਅਤੇ ਪਰ ਜਦੋਂ ਐਂਡ ਤੱਕ ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੋ ਗਿਆ ਵੀ ਇਹਨਾਂ ਨੇ ਤਾਂ ਮੈਨੂੰ ਖੜੇ ਖੜੋਤੇ ਨੂੰ ਵੇਚਤਾ, ਇਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ। ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਦੇ ਉੱਪਰ ਵੱਡੇ ਦੋਸ਼ ਲਾਏ ਜਾ ਰਹੇ ਨੇ। ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਲਾਲਾਬਾਦ, ਇੱਕ ਮੁਕੇਰੀਆਂ, ਇੱਕ ਹਲਕਾ ਦਾਖਾ ਦੀ ਸੀਟ ਇਹ ਕਰੋੜ ਰੁਪਏ ਦੇ ਵਿੱਚ ਵੇਚੀ ਗਈ ਆ। ਕੀ ਤੁਹਾਨੂੰ ਲੱਗਦਾ ਇਹ ਵੇਚੀ ਹੋਵੇ? ਜਸਵੀਰ ਗੜੀ ਨੇ ਚਾਹੇ ਕੁਛ ਮਾੜਾ ਕੀਤਾ ਚਾਹੇ ਚੰਗਾ ਕੀਤਾ, ਪਰ ਉਹਨਾਂ ਦੇ ਬਜ਼ੁਰਗਾਂ ਨੂੰ ਜਿਹੜੀ ਭਾਸ਼ਾ ਵਰਤਣੀ ਆ ਉਹ ਸਤਿਕਾਰ ਨਾਲ ਵਰਤਣੀ ਚਾਹੀਦੀ ਆ, ਕਿਉਂਕਿ ਉਹ ਸਾਡੇ ਬਜ਼ੁਰਗ ਨੇ। ਜਸਵੀਰ ਗੜੀ ਦਾ ਕਸੂਰ ਹੋ ਸਕਦਾ, ਅਤੇ ਬਾਕੀ ਜਿਹੜਾ ਮੇਰੇ ਨਾਲ ਇਹਨਾਂ ਨੇ ਘਾਣ ਕੀਤਾ ਵਾ, ਉਹ ਭਾਵੇਂ ਜਸਵੀਰ ਗੜੀ ਹੋਵੇ, ਉਹ ਭਾਵੇਂ ਪਰਗਣ ਬਿਲਗਾ ਹੋਵੇ, ਉਹ ਭਾਵੇਂ ਜੀਕੇ ਗਰਮੇਲ ਹੋਵੇ। ਮੈਨੂੰ ਬੜੀ ਜ਼ਿਆਦਾ ਲੋਕਾਂ ਦੇ ਤਾਨੇ ਸਹਿਣੇ ਪਏ। ਮੇਰੀ ਫੇਸਬੁੱਕ ਦੇ ਉੱਤੇ ਮੈਨੂੰ ਲਫ਼ਜ਼ ਵਰਤਿਆ ਜਾਂਦਾ ਸੀਗਾ ਵੀ ਗਦਾਰ ਲਿਖਦੇ ਸੀਗੇ ਵੀ ਗਦਾਰ ਬਹਿ ਗਿਆ। ਤੁਸੀਂ ਦੇਖ ਰਹੇ ਹੋ ਰਵਿਦਾਸੀਆ ਟੀਵੀ। ਅੱਜ ਅਸੀਂ ਪਹੁੰਚੇ ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਨਗਰ ਪਿੰਡ ਸਰਾਭਾ ਦੇ ਵਿੱਚ ਪਹੁੰਚੇ ਹਾਂ, ਜਿੱਥੇ ਸਾਡੇ ਨਾਲ ਨੇ ਅੱਜ ਸਰਾਭਾ ਨਗਰ ਦੇ ਜੋ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦੀ ਦਰਜਾ, ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਦੇ ਲਈ ਲਗਾਤਾਰ 25 ਸਾਲ ਤੋਂ ਲੜ ਰਹੇ ਨੇ। ਮੇਰੇ ਨਾਲ ਨੇ ਅੱਜ ਦੇਵ ਸਰਾਭਾ ਜੀ। ਸੋ ਆਓ ਮੈਂ ਇਹਨਾਂ ਬਾਰੇ ਦੱਸਾਂ ਕਿ ਇਹਨਾਂ ਨੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ। ਇਹਨਾਂ ਦੀ ਇੱਕ ਜਥੇਬੰਦੀ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ, ਔਰ ਜੋ ਕਿ ਲੰਮੇ ਸਮੇਂ ਤੋਂ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਦੇ ਲਈ ਲੜ ਰਹੇ ਨੇ। ਔਰ ਇਹਨਾਂ ਨੇ ਮਾਰਗ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤਾਂ ਕਰਵਾ ਲਿਆ, ਪਰ ਇੱਥੇ 2019 ਦੇ ਵਿੱਚ ਜਿਮਨੀ ਚੋਣ ਹੁੰਦੀ ਆ, ਜਿਹਦੇ ਵਿੱਚ ਬਹੁਜਨ ਸਮਾਜ ਪਾਰਟੀ ਬੰਨਿਓ ਇਹਨਾਂ ਨੂੰ ਉਮੀਦਵਾਰ ਐਲਾਨਿਆ ਜਾਂਦਾ ਔਰ ਬਾਅਦ ਦੇ ਵਿੱਚ ਇਹਨਾਂ ਨੂੰ ਟਿਕਟ ਨਹੀਂ ਦਿੱਤੀ ਜਾਂਦੀ। ਸੋ ਆਓ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਸਾਡੇ ਵਿੱਚ ਅੱਜ ਹਾਜ਼ਰ ਹੋਏ ਨੇ ਦੇਵ ਸਰਾਭਾ ਜੀ। ਦੇਵ ਸਰਾਭਾ ਜੀ, ਤੁਹਾਡਾ ਆਉਣ 'ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਰਵਿਦਾਸੀਆ ਟੀਵੀ ਦਾ ਸਰਾਭਾ ਦੀ ਜਨਮ ਭੂਮੀ ਪਹੁੰਚਣ 'ਤੇ ਅਸੀਂ ਧੰਨਵਾਦ ਕਰਦੇ ਹਾਂ। ਹਾਂਜੀ, ਤੁਹਾਨੂੰ ਇੱਕ ਵੱਡਾ ਸਵਾਲ ਆ ਕਿ ਤੁਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਦੇ ਲਈ ਲਗਾਤਾਰ 25 ਸਾਲ ਤੋਂ ਲੜਾਈ ਲੜ ਰਹੇ ਹੋ ਆਪਣੀ ਜਥੇਬੰਦੀ ਨੂੰ ਨਾਲ ਲੈ ਕੇ, ਔਰ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਕਿਵੇਂ ਆਇਆ ਕਿ ਤੁਸੀਂ ਚੋਣ ਮੈਦਾਨ ਦੇ ਵਿੱਚ ਨਿਤਰੋ? ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਜਿਵੇਂ ਜੀ ਆਪਣੇ ਇਲਾਕੇ ਦੇ ਵਿੱਚ ਅਸੀਂ ਜਥੇਬੰਦ ਹੋ ਕੇ ਲੜਦੇ ਸੀਗੇ, ਤਾਂ ਜਿਮਨੀ ਚੋਣਾਂ ਆ ਜਾਂਦੀਆਂ ਨੇ, ਐਚਐਸ ਫੂਲਕਾ ਤੋਂ ਅਸਤੀਫਾ ਦੇ ਦਿੰਦੇ ਨੇ, ਤਾਂ ਉਦੋਂ ਬਾਅਦ ਦੇ ਵਿੱਚ ਇੱਥੇ ਚੋਣ ਦੇ ਲਈ ਬਿਗਲ ਵੱਜ ਜਾਂਦਾ ਜਿਮਨੀ ਚੋਣ ਲਈ। ਤਾਂ ਹਰ ਇੱਕ ਜਿਹੜੀ ਰਾਜਨੀਤਿਕ ਪਾਰਟੀ ਆਪਣਾ ਚੋਣ ਜਿਹੜਾ ਆਪਣਾ ਲੀਡਰ ਆ ਖੜਾ ਕਰਦੇ ਨੇ ਚੋਣਾਂ 'ਚ। ਤਾਂ ਉਹਦੇ ਵਿੱਚ ਜਿਹੜੀ ਮੇਰੀ ਰੁਝਾਨ ਸੀਗਾ ਬਹੁਜਨ ਸਮਾਜ ਪਾਰਟੀ ਦੇ ਨਾਲ ਥੋੜ੍ਹਾ ਨੇੜਤਾ ਸੀਗੀ। ਤਾਂ ਉਹਨਾਂ ਨੇ ਮੈਨੂੰ ਕੁਝ ਕੁ ਦਿਨ ਪਹਿਲਾਂ ਦੇ ਵਿੱਚ ਹੀ ਇੱਥੋਂ ਹਲਕੇ ਦਾਖੇ ਦਾ ਪ੍ਰਧਾਨ ਲਾ ਦਿੱਤਾ, ਅਤੇ ਉਸ ਤੋਂ ਬਾਅਦ ਮੈਨੂੰ ਥੋੜ੍ਹੇ ਦਿਨਾਂ ਵਿੱਚ ਹੀ ਹਲਕੇ ਦਾਖੇ ਤੋਂ ਮੈਨੂੰ ਉਮੀਦਵਾਰ ਖੜਾ ਕਰ ਦਿੱਤਾ। ਅਤੇ ਇਸ ਏਕਣ ਮੈਂ ਚੋਣ ਲੜਨ ਦੇ ਵਿੱਚ ਆਇਆ। ਅਤੇ ਬਾਕੀ ਚੋਣ ਲੜਨ ਦਾ ਜਿਹੜਾ ਮੇਰਾ ਹੈਗਾ, ਤੁਸੀਂ ਪੁੱਛਿਆ ਵਾ ਵੀ ਤੁਸੀਂ ਚੋਣ ਦੇ ਵਿੱਚ ਕਿਵੇਂ ਆਏ, ਵੀ ਅਸੀਂ ਇੱਦਾਂ ਦੀ ਸੋਚ 'ਤੇ ਪਹਿਰਾ ਦਿੰਦੇ ਸੀ। ਵੈਸੇ ਜਦੋਂ ਕੋਈ ਵੀ ਤੁਸੀਂ ਲੜਾਈ ਲੜਨੀ ਆ ਤਾਂ ਉਹਦੇ ਵਿੱਚ ਤੁਹਾਨੂੰ ਵੋਟਾਂ ਦੇ ਵਿੱਚ ਵੀ ਤੁਹਾਨੂੰ ਆਉਣਾ ਚਾਹੀਦਾ, ਹੱਥ ਜਮਾਉਣਾ ਚਾਹੀਦਾ ਵਾ, ਕਿਉਂਕਿ ਅਸੀਂ ਲੀਡਰਾਂ ਨੂੰ ਕਹਿੰਦੇ ਆ ਵੀ ਨਿਕੰਮੇ ਨੇ, ਸਾਡੀ ਗੱਲ ਨਹੀਂ ਸੁਣਦੇ। ਤਾਂ ਅਸੀਂ ਆਪ ਚੋਣਾਂ ਵਿੱਚ ਕਿਉਂ ਨਹੀਂ ਖੜ੍ਹਦੇ ਹੈਗੇ? ਅਸੀਂ ਆਪ ਦੀਆਂ ਸਰਕਾਰਾਂ ਕਿਉਂ ਨਹੀਂ ਚੁਣਦੇ ਹੈਗੇ? ਜੇ ਨੌਜਵਾਨ ਆਪਣੇ ਜਿਹੜਾ ਫਰਜ਼ ਪਹਿਚਾਨਣਗੇ ਤਾਂ ਆਪ ਚੋਣਾਂ ਲੜਨਗੇ, ਤਾਂ ਆਪਣੇ ਹੱਕ ਦੀ ਗੱਲ ਕਰਨਗੇ, ਤਾਂਹੀਓ ਜਿੱਤਾਂ ਹੋਣਗੀਆਂ। ਜੇ ਅਸੀਂ 70 80 ਸਾਲ ਦੇ ਬਜ਼ੁਰਗਾਂ ਨੂੰ ਵੋਟਾਂ ਪਾ ਕੇ MLA ਬਣਾਵਾਂਗੇ, ਜਿਨ੍ਹਾਂ ਨੇ ਜਾ ਕੇ ਨਾ ਵਿਧਾਨ ਸਭਾ ਦੇ ਵਿੱਚ ਸ਼ਹੀਦਾਂ ਬਾਰੇ ਗੱਲ ਕਰਨੀ ਆ, ਨਾ ਲੋਕ ਸਭਾ ਦੇ ਵਿੱਚ ਕੋਈ ਆਵਾਜ਼ ਉਠਾਉਣੀ ਆ। ਹੁਣ ਤੁਸੀਂ ਦੇਖਿਆ ਹੀ ਆ, ਸਾਡੇ 3 ਬਿੱਲ ਕਾਲੇ ਕਾਨੂੰਨ ਥੋਪੇ ਰਹੇ ਨੇ। ਜਿਹੜੇ ਲੀਡਰ ਨੇ ਨਿਕੰਮੇ
ਲੰਮੀਆਂ ਉਮਰਾਂ ਦੇ ਨੇ, ਬਜ਼ੁਰਗ ਹੋ ਚੁੱਕੇ ਨੇ, ਇਹਨਾਂ ਨੇ ਕੋਈ ਆਵਾਜ਼ ਹੀ ਨਹੀਂ ਉਠਾਈ ਹੈਗੀ। ਤਾਂ ਨੌਜਵਾਨਾਂ ਨੇ ਮੂਹਰੇ ਹੋ ਕੇ ਲੜਾਈ ਲੜੀ ਆ। ਇਸ ਕਰਕੇ ਨੌਜਵਾਨਾਂ ਨੂੰ ਵੀ ਚੋਣ ਲੜਨੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਮੈਂ ਨੌਜਵਾਨੀ ਹੋਣ ਦੇ ਕਾਰਨ ਤਾਂ ਮੈਂ ਜ਼ਰੂਰ ਇਹ ਚੋਣ ਲੜੀ ਆ ਅਤੇ ਮੈਂ ਖੜਾ ਸੀਗਾ ਇੱਥੋਂ। ਤੁਹਾਨੂੰ ਕਿਹੜੀ ਪਾਰਟੀ ਵੱਲੋਂ ਲੜਾਇਆ ਜਾ ਰਿਹਾ ਸੀ? ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਜੀ, ਮੈਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਮੈਨੂੰ ਇੱਥੋਂ ਚੋਣਾਂ ਵਿੱਚ ਖੜਾ ਕੀਤਾ ਗਿਆ ਸੀਗਾ। ਉਹ ਮਦਭਾਗਾ ਉਹਦੇ ਵਿੱਚ ਇਹ ਹੋਇਆ ਕਿ ਉਹਨਾਂ ਨੇ ਮੈਨੂੰ ਚੋਣਾਂ ਵਿੱਚ ਤਾਂ ਖੜਾ ਕਰ ਦਿੱਤਾ, ਪਰ ਮੈਨੂੰ ਚੋਣ ਨਿਸ਼ਾਨ ਨਾ ਦਿੱਤਾ। ਚੋਣ ਨਿਸ਼ਾਨ ਨਾ ਦੇਣ ਦਾ ਕਾਰਨ ਕੀ ਹੈ ਜੀ? ਜਦੋਂ ਕੋਈ ਵੀ ਪਾਰਟੀ ਆਪਣਾ ਉਮੀਦਵਾਰ ਕਿਸੇ ਵੀ ਦਾਖੇ ਹਲਕੇ ਤੋਂ, ਜਿਵੇਂ ਤੁਹਾਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ, ਤੁਹਾਨੂੰ ਚੋਣ ਨਿਸ਼ਾਨ ਨਾ ਦੇਣ ਦਾ ਕਾਰਨ ਕੀ ਆ? ਕਾਰਨ ਤਾਂ ਸਭ ਤੋਂ ਵੱਡਾ ਉਹਨਾਂ ਨੂੰ ਹੀ ਪਤਾ ਹੋਊਗਾ, ਇਹ ਸਵਾਲ ਉਹਨਾਂ ਦਾ ਵਾ। ਪਰ ਮੈਂ ਚੋਣਾਂ ਵਿੱਚ ਜਦੋਂ ਖੜਾ ਸੀ ਤਾਂ ਮੇਰੇ ਨਾਲ ਬਕਾਇਦਾ ਜਿਹੜੇ ਇਸ ਪਾਰਟੀ ਦੇ ਪ੍ਰਧਾਨ ਨੇ ਜਸਵੀਰ ਸਿੰਘ ਗੜੀ ਜੀ, ਉਹ ਲੁਧਿਆਣਾ ਸਿਮਲੀ ਆਪਣੇ ਰਵਿਦਾਸ ਮਹਾਰਾਜ ਜੀ ਦਾ ਗੁਰੂ ਘਰ ਆ, ਉੱਥੇ ਮੇਰੇ ਨਾਲ ਉਹਨਾਂ ਦੀ ਮੀਟਿੰਗ ਹੋਈ ਸੀਗੀ। ਸਾਡੀਆਂ ਹੋਰ ਵੀ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਨਾਲ ਸੰਬੰਧਿਤ ਸਾਡੇ ਆਗੂ ਸੀਗੇ, ਜਿਵੇਂ ਪਰਗਣ ਬਿਲਗਾ, ਜੀ.ਕੇ. ਸੈਣੀ, ਗਰਮੇਲ ਸੈਣੀ ਆ ਜਿਹੜਾ ਕਿ ਜੀ.ਕੇ. ਗਰਮੇਲ, ਉਹ ਸਾਰੇ ਉੱਥੇ ਸੀਗੇ। ਉਹਨਾਂ ਨੇ ਇਹੀ ਕਿਹਾ ਸੀਗਾ ਵੀ ਤੁਹਾਨੂੰ ਜਿਹੜਾ ਚੋਣ ਨਿਸ਼ਾਨ ਦਿੱਤਾ ਜਾਊਗਾ, ਪਰ ਚੋਣ ਨਿਸ਼ਾਨ ਮੈਨੂੰ ਨਹੀਂ ਦਿੱਤਾ ਗਿਆ। ਅਤੇ ਉਸ ਤੋਂ ਬਾਅਦ ਤਾਂ ਮੈਨੂੰ ਕਾਗਜ਼ ਦਾਖਲ ਕੀਤੇ ਜਾਂਦੇ ਨੇ ਬਹੁਜਨ ਸਮਾਜ ਪਾਰਟੀ ਤੋਂ। ਤਾਂ ਜਦੋਂ ਮੈਨੂੰ ਨਹੀਂ ਚੋਣ ਨਿਸ਼ਾਨ ਦਿੱਤਾ ਜਾਂਦਾ ਤਾਂ ਮੈਨੂੰ ਐਸ.ਡੀ.ਐਮ. ਲੁਧਿਆਣੇ ਤੋਂ ਇੱਕ ਫੋਨ ਆਉਂਦਾ ਵਾ ਕਿ ਤੁਸੀਂ ਬਹੁਜਨ ਸਮਾਜ ਪਾਰਟੀ ਤੋਂ ਕਾਗਜ਼ ਜਿਹੜੇ ਨੇ ਦਾਖਲ ਕੀਤੇ ਨੇ, ਪਰ ਤੁਹਾਡੀ ਟਿਕਟ ਨਹੀਂ ਲੱਗੀ ਹੋਈ, ਇਸ ਕਰਕੇ ਅਸੀਂ ਜਿਹੜੇ ਤੁਹਾਡੇ ਕਾਗਜ਼ ਨੇ ਉਹ ਰੱਦ ਕਰਦੇ ਹਾਂ। ਜਾਂ ਫਿਰ ਜੇ ਤੁਸੀਂ ਲੜਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ 10 ਗਵਾਹ ਲਿਆਓ ਅਤੇ ਤੁਸੀਂ ਉਹਨੂੰ ਆਜ਼ਾਦ ਕਰ ਦਿਆਂਗੇ, ਤੁਸੀਂ ਆ ਕੇ ਸਾਨੂੰ ਮਿਲ ਲਓ ਦੁਬਾਰਾ। ਤਾਂ ਮੈਂ ਐਸ.ਡੀ.ਐਮ. ਦਫ਼ਤਰ ਦੇ ਵਿੱਚੋਂ ਜਿਹੜੇ ਵੀ ਸਾਥੀ ਦਾ ਫੋਨ ਆਇਆ ਸੀ ਮੁਲਾਜ਼ਮ ਦਾ, ਤਾਂ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਸੀਗੀ ਕਿ ਮੈਂ ਜੇ ਚੋਣ ਨਿਸ਼ਾਨ ਹਾਥੀ ਨਹੀਂ ਮਿਲਦਾ ਜਾਂ ਮੈਨੂੰ ਟਿਕਟ ਨਹੀਂ ਮਿਲਦੀ ਤਾਂ ਮੈਂ ਚੋਣ ਨਹੀਂ ਲੜਨੀ ਹੈਗੀ, ਤਾਂ ਮੈਂ ਤਾਂ ਬਹੁਜਨ ਸਮਾਜ ਪਾਰਟੀ ਤੋਂ ਚੋਣ ਲੜਨੀ ਆ। ਤਾਂ ਉਸ ਤੋਂ ਬਾਅਦ ਮੈਨੂੰ ਪਰਗਣ ਬਿਲਗਾ ਜੀ ਦਾ ਫੋਨ ਆਉਂਦਾ ਵਾ ਕਿ ਪਰਗਣ ਬਿਲਗਾ ਜੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹਨਾਂ ਦੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਆਡੀਓ ਵੀ ਬੜੀ ਵਾਇਰਲ ਹੋਈ ਆ, ਆਡੀਓ ਚੱਲ ਰਹੀ ਆ। ਕੀ ਉਸੇ ਪਰਗਣ ਬਿਲਗਾ ਦੀ ਗੱਲ ਕਰ ਰਹੇ ਹੋ ਜੀ? ਮੈਂ ਉਸੇ ਬਿਲਗਾ ਦੀ ਗੱਲ ਕਰ ਰਿਹਾ ਵਾਂ। ਅਤੇ ਉਹ ਮੈਨੂੰ ਫੋਨ ਕਰਦੇ ਨੇ ਕਿ ਵੀ ਤੁਸੀਂ ਲੁਧਿਆਣੇ ਆ ਜਾਓ ਜਲਦੀ, ਮੈਂ ਇੱਥੇ ਐਸ.ਡੀ.ਐਮ. ਦਫ਼ਤਰ ਲੁਧਿਆਣੇ ਖੜ੍ਹਾ ਵਾਂ। ਜਦੋਂ ਮੈਂ ਆਪਦੇ ਸਾਥੀ ਇੱਥੋਂ ਇਕੱਠੇ ਕਰਕੇ 10 ਬੰਦੇ ਲੁਧਿਆਣੇ ਪਹੁੰਚਦਾ ਵਾਂ ਤਾਂ ਪਰਗਣ ਬਿਲਗਾ ਮੈਨੂੰ ਬਾਹਰ ਹੀ ਗੇਟ 'ਤੇ ਰੋਕ ਲੈਂਦੇ ਨੇ। ਤਾਂ ਮੈਨੂੰ ਕਹਿੰਦੇ ਨੇ ਬਈ ਤੈਂ ਚੋਣ ਹੁਣ ਯਾਦ ਲੜਨੀ ਆ। ਮੈਂ ਉਹਨਾਂ ਨੂੰ ਜਵਾਬ ਦੇਣਾ ਵੀ ਮੈਂ ਚੋਣ ਨਹੀਂ ਲੜਨੀ। ਤਾਂ ਮੈਨੂੰ ਕਹਿੰਦਾ ਵੀ ਤੂੰ ਚੁੱਪ ਕਰ, ਮੈਂ ਕੰਮ ਕਰਤਾ। ਤਾਂ ਉੱਥੇ ਇਹਨਾਂ ਨੇ ਆਪ ਹੀ ਮੇਰੇ ਸਾਈਨ ਕਰਤੇ, ਆਪ ਹੀ ਮੇਰੇ ਗਵਾਹ ਦਿੱਤੇ। ਮੇਰੇ ਜਿਹੜੇ ਜ਼ਰੂਰੀ ਗਵਾਹ ਹੁੰਦੇ ਨੇ ਉਹ ਹਲਕੇ ਦਾਖੇ ਨਾਲ ਸੰਬੰਧਿਤ ਹੁੰਦੇ ਨੇ। ਇਹਨਾਂ ਨੇ ਬਾਹਰੋਂ ਹੀ ਉੱਧਰੋਂ ਹੀ ਕੋਈ ਪ੍ਰਵੇਸੀ ਮਜ਼ਦੂਰ ਸਾਡੇ ਭਰਾ ਲੈ ਕੇ ਸਾਈਨ ਕਰਵਾਤੇ, ਆਪ ਹੀ ਸਾਈਨ ਕਰਤੇ। ਜੇ ਅੱਜ ਵੀ ਆਰ.ਟੀ.ਆਈ. ਰਾਹੀਂ ਜਾਣਕਾਰੀ ਲੈਂਦੇ ਆ ਨਾ ਤਾਂ ਆਜ਼ਾਦ ਖਾਨ ਦੇ ਵਿੱਚ ਮੇਰੇ ਸਾਈਨ ਨਹੀਂ ਨਿਕਲਣਗੇ। ਉੱਥੇ ਇਹਨਾਂ ਦੇ ਸਾਰਾ ਕੁਛ ਮਿਲੀ ਭੁਗਤੀ ਸੀਗੀ ਸਾਰੀ। ਇਹਨਾਂ ਨੇ ਚੋਣ ਨਿਸ਼ਾਨ ਮੈਨੂੰ ਨਾ ਦੇਣਾ, ਇਹ ਸਾਰੀ ਇਹਨਾਂ ਦੀ ਜਿਹੜੀ ਹੁਣ ਆਡੀਓ ਆਈ ਆ, ਮੈਂ ਵੀ ਸੁਣੀ ਆ। ਉਹ ਸਾਡਾ ਇੱਕ ਗਰੁੱਪ ਆ ਬੇਗਮਪੁਰਾ, ਸਾਡਾ ਸਿੰਦਾ ਕੌਲਧਾਰ ਜੀ ਦਾ ਬਣਾਇਆ ਹੋਇਆ ਵਾ, ਉਹਦੇ ਵਿੱਚ ਇੱਕ ਆਡੀਓ ਆਈ ਆ ਪਰਗਣ ਬਿਲਗੇ ਦੀ ਕਿ ਜਿਹੜੀਆਂ 3 ਸੀਟਾਂ ਦੇ ਬਾਰੇ ਕੋਈ ਗੱਲ ਕਰਦੇ ਨੇ, ਉਹ ਦੋਸ਼ ਲਾਉਂਦੇ ਨੇ ਗੜੀ 'ਤੇ ਕਿ ਵੀ ਇਹ ਸੀਟਾਂ ਪਹਿਲਾਂ ਹੀ ਵੇਚ ਦਿੱਤੀਆਂ ਸੀਗੀਆਂ, ਚੋਣ ਨਿਸ਼ਾਨ ਇਹਨਾਂ ਨੂੰ ਤਾਂ ਨਹੀਂ ਸੀ ਦਿੱਤੇ ਗਏ। ਤਾਂ ਮੈਨੂੰ ਸੁਣ ਕੇ ਬੜਾ ਅਫਸੋਸ ਹੋਇਆ ਵਾ ਕਿ ਇੱਦਾਂ ਵੀ ਕਰ ਜਾਂਦੇ ਨੇ ਲੋਕ ਜਿਹੜੇ ਜਿਨ੍ਹਾਂ ਉੱਤੇ ਵਿਸ਼ਵਾਸ ਆ ਪੂਰੀ ਕੌਮ ਨੂੰ ਹੁੰਦਾ ਵਾ ਕਿ ਸਾਡਾ ਇਹ ਭਵਿੱਖ ਕਰਨਗੇ, ਵਧੀਆ ਕਰਨਗੇ, ਨੌਜਵਾਨ ਪੀੜ੍ਹੀ ਨੂੰ ਸੰਭਾਲਣਗੇ। ਉਹ ਸਾਨੂੰ ਜਿਹੜੀ ਮੇਰੇ ਵਰਗਾ ਕੋਈ ਨੌਜਵਾਨ ਖੜਨਾ ਚਾਹੁੰਦਾ ਚੋਣਾਂ ਵਿੱਚ, ਉਹਨੂੰ ਇੱਦਾਂ ਵੇਚ ਦਿੰਦੇ ਨੇ। ਮੈਨੂੰ ਉਹ ਆਡੀਓ ਸੁਣ ਕੇ ਬੜੀ ਨਿਰਾਸ਼ਾ ਹੋਈ ਆ ਕਿ ਮੈਨੂੰ ਜਿਵੇਂ ਉਹ ਗੜੀ ਦੇ ਉੱਤੇ ਦੋਸ਼ ਲਾਉਂਦੇ ਨੇ ਪਰਗਣ ਬਿਲਗਾ ਜੀ ਅੱਜ ਤਾਂ ਦੋਸ਼ ਲਾਉਂਦੇ ਨੇ, ਜਦੋਂ ਚੋਣਾਂ ਦੇ ਵਿੱਚ ਮੈਨੂੰ ਟਿਕਟ ਨਹੀਂ ਦਿੱਤੀ ਜਾਂਦੀ ਹੈਗੀ ਉਦੋਂ ਕਿਉਂ ਨਹੀਂ ਬੋਲੇ ਹੈਗੇ? ਕੀ ਤੁਹਾਨੂੰ ਇਹ ਨਹੀਂ ਲੱਗਿਆ ਜਦੋਂ ਪਰਗਣ ਬਿਲਗਾ ਨੇ ਤੁਹਾਨੂੰ ਰੋਕ ਕੇ ਉਹਨਾਂ ਨੇ ਕਹਿ ਦਿੱਤਾ ਵੀ ਤੁਹਾਡੇ ਸਾਈਨ ਤੱਕ ਜਾਲੀ ਕਰ ਦਿੱਤੇ ਗਏ, ਤੁਹਾਨੂੰ ਇਹ ਨਹੀਂ ਲੱਗਿਆ ਕਿ ਇੱਥੇ ਕੋਈ ਗੜਬੜ ਆ? ਉਹ ਏਕਣ ਥੋੜ੍ਹਾ ਦੱਸਿਆ ਜਾਂਦਾ ਜੀ ਵੀ ਮੈਂ ਤੇਰੇ ਸਾਈਨ ਜਾਲੀ ਕਰਤੇ। ਇਹ ਤਾਂ ਬਾਅਦ ਦੇ ਵਿੱਚ ਗੱਲਾਂ ਪਤਾ ਲੱਗੀਆਂ ਨੇ, ਜਦੋਂ ਪਹਿਲਾਂ ਤਾਂ ਨਹੀਂ ਸੀ ਇਸ ਗੱਲ ਦਾ ਸੀਗਾ ਵੀ ਪਤਾ ਨਹੀਂ ਇਹਨਾਂ ਨੇ ਕਿਵੇਂ ਕਰ ਲਿਆ ਵੀ ਜਾਂ ਤਾਂ ਐਸ.ਡੀ.ਐਮ. ਮੰਨ ਗਏ ਹੋਣਗੇ ਵੀ ਚਲੋ ਤੁਹਾਡੇ ਆਹ ਕਾਗਜ਼ ਪਹਿਲਾਂ ਦਾਖਲ ਕੀਤੇ, ਆਪਾਂ ਇਹਦੇ 'ਤੇ ਆਜ਼ਾਦ ਕਰ ਦਿੰਦੇ ਹਾਂ। ਉਹ ਤਾਂ ਬਾਅਦ ਦੇ ਵਿੱਚ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਵੀ ਉੱਥੇ ਏਕਣ ਹੋਇਆ ਵਾ। ਕਿਉਂਕਿ ਮੈਂ ਇੰਨਾ ਲੰਮੇ ਸਮੇਂ ਤੋਂ ਤਾਂ ਮੈਂ ਰਾਜਨੀਤਿਕ ਵਿੱਚ ਨਹੀਂ ਸੀਗਾ ਵੀ ਮੈਨੂੰ ਇੰਨੀ ਨੌਲੇਜ ਸੀਗੀ ਵੀ ਇਹ ਐਂ ਵੀ ਕਰ ਜਾਂਦੇ ਨੇ, ਏਕਣ ਵੀ ਕਾਗਜ਼ ਭਰੇ ਜਾਂਦੇ ਨੇ। ਕਿਉਂਕਿ ਪਹਿਲੀ ਵਾਰੀ ਮੈਂ ਚੋਣ ਲੜੀ ਸੀਗੀ, ਪਹਿਲੀ ਵਾਰੀ ਇਹਨਾਂ ਨੇ ਮੈਨੂੰ ਧੋਖਾ ਦਿੱਤਾ ਬਹੁਜਨ ਸਮਾਜ ਪਾਰਟੀ ਤੋਂ ਖੜ੍ਹਾ ਕੇ। ਤਾਂ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਹਾਥੀ ਨਹੀਂ ਦਿੱਤਾ ਤਾਂ ਬੜਾ ਦੁੱਖ ਹੋਇਆ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਸੋਚ 'ਤੇ ਪਹਿਰਾ ਦੇਣ ਦੇ ਨਾਅਰੇ ਲਾਉਣ ਵਾਲੇ ਲੋਕ, ਸਾਹਿਬ ਕਾਂਸੀ ਰਾਮ ਜੀ ਦੇ ਸੋਚ 'ਤੇ ਪਹਿਰਾ ਦੇਣ ਵਾਲੇ ਲੋਕ ਇੱਦਾਂ ਖੜ੍ਹਾ ਕੇ ਇੱਦਾਂ ਮਗਰੋਂ ਪੌੜੀ ਚੱਕ ਲੈਂਦੇ ਨੇ। ਕੋਠੇ ਚਾੜ੍ਹ ਕੇ ਪੌੜੀ ਚੱਕਣ ਵਾਲੇ ਲੋਕ ਨੇ ਜਿਹੜੇ ਇਹ,
ਤਾਂ ਉਹਨਾਂ 'ਤੇ ਮੈਨੂੰ ਨਿਰਾਸ਼ਾ ਬਹੁਤ ਹੋਈ। ਪਰ ਫਿਰ ਵੀ ਜੇ ਇਹਨਾਂ ਨੇ ਮੈਨੂੰ ਯਾਦ ਖੜਾ ਵੀ ਦਿੱਤਾ, ਮੈਂ ਫਿਰ ਵੀ ਮੈਂ ਹਾਰਿਆ ਨਹੀਂ ਸੀਗਾ। ਤਾਂ ਜ਼ਰੂਰ ਮੈਂ ਸੰਘਰਸ਼ ਕਰਦਾ ਰਿਹਾ, ਲੜਦਾ ਰਿਹਾ, ਐਂਡ ਤੱਕ ਲੜਿਆ ਮੈਂ। ਤਾਂ ਇਹਨਾਂ ਨੇ ਐਂਡ ਤੱਕ ਮੇਰਾ ਕੋਈ ਸਾਥ ਨਹੀਂ ਦਿੱਤਾ ਹੈਗਾ। ਤਾਂ ਇਹ ਆਉਂਦਾ ਪਰਗਣ ਵਿਲਗੇ ਹੋਣੀ ਸੀਗੇ ਜਿਹੜੇ ਲੁਧਿਆਣੇ ਦੇ ਸੀਨੀਅਰ ਲੀਡਰ ਸੀਗੇ ਬਹੁਜਨ ਸਮਾਜ ਪਾਰਟੀ ਦੇ। ਇਹ ਸ਼ਾਮ ਨੂੰ 4 ਵਜੇ ਆਉਂਦੇ ਹੁੰਦੇ ਸੀ ਮੇਰੇ ਕੋਲੇ। 4 ਵਜੇ ਕਿਹੜੀ ਕੰਪੇਨ ਸ਼ੁਰੂ ਹੋਣੀ ਸੀ? ਨਾ ਇਹਨਾਂ ਨੇ ਪੂਰੀ ਚੋਣਾਂ ਦੇ ਵਿੱਚ ਮੈਨੂੰ ਹਲਕਾ ਦਾਖਾ ਦੇ ਵਿੱਚ 112 ਪਿੰਡ ਸੀ, ਮੈਨੂੰ ਕਿਸੇ ਪਿੰਡ ਦੇ ਵਿੱਚ ਵੀ ਇਹਨਾਂ ਨੇ ਕਿਸੇ ਪਿੰਡ ਦੇ ਵਿਚਾਲੇ ਸੱਥ ਦੇ ਵਿੱਚ ਖੜ੍ਹ ਕੇ ਨਹੀਂ ਬੁਲਾਇਆ। ਨਾ ਬਸ ਗੇੜੇ ਕਢਵਾਈ ਜਾਂਦੇ ਸੀਗੇ ਵੀ ਆਪਾਂ ਉੱਧਰ ਜਾਣਾ ਵਾ, 4 ਕੁ ਬੰਦਿਆਂ ਨੂੰ ਮਿਲ ਲਏ ਫਲਾਣੇ ਪਿੰਡ 'ਚ ਜਾ ਕੇ। ਇੱਦਾਂ ਥੋੜ੍ਹਾ ਚੋਣਾਂ ਲੜੀਆਂ ਜਾਂਦੀਆਂ ਨੇ। ਇੱਕ ਚੋਣ ਨਿਸ਼ਾਨ ਨਹੀਂ ਮਿਲਿਆ ਅਤੇ ਦੂਜਾ ਕਿਸੇ ਪਿੰਡ ਦੇ ਵਿੱਚ ਵੀ ਜਾ ਕੇ ਆਪਣਾ ਅਸੀਂ ਚੋਣ ਪ੍ਰਚਾਰ ਸੱਥ ਦੇ ਵਿਚਾਲੇ ਖੜ੍ਹ ਕੇ ਆਪਣੇ ਵਿਚਾਰ ਹੀ ਨਹੀਂ ਸਾਂਝੇ ਕੀਤੇ ਲੋਕਾਂ ਦੇ ਨਾਲ। ਉਹ ਫਿਰ ਕਿੱਦਾਂ ਚੋਣ ਲੜੀ ਜਾਊ, ਕਿੱਦਾਂ ਚੋਣਾਂ ਜਿੱਤੀਆਂ ਜਾਣਗੀਆਂ। ਦੂਜੇ ਪਾਸੇ ਜਿਨ੍ਹਾਂ ਦੇ ਨਾਲ ਅਸੀਂ ਚੋਣ ਲੜ ਰਹੇ ਸੀਗੇ ਉਹ ਪੂਰੇ ਦਾਗਾ 'ਚ ਸੀਗੇ, ਜਿਵੇਂ ਮਨਪ੍ਰੀਤ ਯਾਲੀ ਇੱਥੋਂ ਪਹਿਲਾਂ MLA ਸੀਗੇ, ਉਹ ਚੋਣ ਲੜ ਰਹੇ ਸੀਗੇ ਸ਼੍ਰੋਮਣੀ ਅਕਾਲੀ ਦਲ ਤੋਂ। ਅਤੇ ਸਾਡੇ ਇਲਾਕੇ ਦੇ ਕਾਂਗਰਸ ਤੋਂ ਨਵੇਂ ਸਾਡੇ ਲੀਡਰ ਆਏ ਸੀ, ਕੈਪਟਨ ਸੰਦੀਪ ਸੰਧੂ ਜੀ। ਉਹਨਾਂ ਦੀ ਉਹ ਮੁੱਖ ਮੰਤਰੀ ਕੈਪਟਨ ਦੇ ਖੱਬੀ ਬਾਂਹ ਮੰਨੇ ਜਾਂਦੇ ਸੀ। ਉਹਨਾਂ ਦੇ ਨਾਲ ਵਿਚਾਲੇ ਖੜ੍ਹਨਾ ਜਾਂ ਲੜਾਈ ਲੜਨੀ ਬਹੁਤ ਔਖਾ ਸੀਗਾ, ਪਰ ਲੜਿਆ ਮੈਂ ਜਿੰਨਾ ਜੋ ਸੀਗਾ, ਕਿਉਂਕਿ ਮੈਨੂੰ ਆਪਣੇ ਸ਼ਹੀਦਾਂ ਅਤੇ ਆਪਣੇ ਜਿਹੜੇ ਮੇਰੇ ਨਾਲ ਸਾਥੀ ਨੇ ਇਹਨਾਂ 'ਤੇ ਪੂਰਾ ਸੀਗਾ ਵਿਸ਼ਵਾਸ। ਤਾਂ ਮੈਂ ਲੜਦਾ ਰਿਹਾ ਵਾਂ, ਐਂਡ ਤੱਕ ਲੜਾਈ ਲੜੀ ਆ। ਅਤੇ ਸਾਨੂੰ ਬੜੇ ਲੀਡਰਾਂ ਦੇ ਫੋਨ ਵੀ ਆਉਂਦੇ ਰਹੇ ਨੇ ਵੀ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਹਦੇ ਖਾਤਰ ਅਸੀਂ ਤੁਹਾਨੂੰ ਇੱਦਾਂ ਕਰਦੇ ਹਾਂ, ਤੁਸੀਂ ਸਾਡੇ ਨਾਲ ਸਪੋਰਟ ਕਰੋ। ਅਤੇ ਪਰ ਜਦੋਂ ਐਂਡ ਤੱਕ ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੋ ਗਿਆ ਵੀ ਇਹਨਾਂ ਨੇ ਤਾਂ ਮੈਨੂੰ ਖੜ੍ਹੇ ਖੜੋਤੇ ਨੂੰ ਵੇਚਤਾ, ਅਤੇ ਇਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ। ਕਿਉਂਕਿ ਇਹਦੇ ਬਾਰੇ ਮੈਂ ਗੱਲਾਂ ਪਹਿਲਾਂ ਵੀ 1-2 ਬੰਦਿਆਂ ਤੋਂ ਸੁਣ ਚੁੱਕਿਆ ਸੀ ਵੀ ਇਹ ਇੱਦਾਂ ਵੀ ਕਰਦੇ ਨੇ, ਵੀ ਜਿਹੜਾ ਚੋਣ ਨਿਸ਼ਾਨ ਤੈਨੂੰ ਨਹੀਂ ਦਿੱਤਾ ਹੈਗਾ, ਇਹਨਾਂ ਨੇ ਕੋਈ ਉਹਦੇ ਵਿੱਚ ਗੜਬੜੀ ਕੀਤੀ ਆ। ਤਾਂ ਫਿਰ ਮੈਂ ਵੀ ਮੇਰੇ ਨਾਲ ਜਦੋਂ ਸੰਪਰਕ ਹੋਇਆ ਕੈਪਟਨ ਸੰਦੀਪ ਸੰਧੂ ਜੀ ਦਾ, ਤਾਂ ਉਹਨਾਂ ਨੇ ਇਸ ਗੱਲ ਦੇ ਉੱਤੇ ਕਿਹਾ ਕਿ ਵੀ ਜਿਹੜੇ ਸਾਥੀ ਸੀਗੇ ਉਹਨਾਂ ਦੇ ਬਈ ਜਿਹੜੀਆਂ ਤੇਰੀਆਂ ਮੰਗਾਂ ਨੇ, ਤੂੰ ਬੜੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਹੋ ਬਈ ਜਿਵੇਂ ਸਰਾਭਾ ਜੀ ਨੂੰ ਕੌਮੀ ਸ਼ਹੀਦ ਦੇ ਦਰਜੇ ਲਈ ਜਾਂ ਏਅਰਪੋਰਟ ਮਾਰਗ ਦੇ ਲਈ, ਜਾਂ ਤੁਹਾਡਾ ਜਿਹੜਾ ਸ਼ਹੀਦੀ ਦਿਹਾੜੇ 'ਤੇ ਛੁੱਟੀ ਜਿਹੜੀ ਆ ਵੀ ਉਹਦੇ ਬਾਰੇ ਵੀ ਤੁਹਾਡੀ ਰੱਦ ਹੋ ਜਾ। ਇਹ ਸਾਰੀਆਂ ਮੰਗਾਂ ਸੀਗੀਆਂ ਸਾਡੀਆਂ ਵੀ ਇਹ ਤੁਹਾਡੀਆਂ ਮੰਗਾਂ ਬਾਰੇ ਅਸੀਂ ਗੌਰ ਕਰਾਂਗੇ, ਸਾਡੇ ਨਾਲ ਬੈਠ ਕੇ ਗੱਲ ਕਰ ਲਓ। ਤਾਂ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਸੀ। ਸਾਡੇ ਕਰਤਾਰ ਸਿੰਘ ਸਰਾਭਾ ਜੀ ਦੀ ਭੈਣ ਧੰਨ ਕੌਰ ਦੀ ਪੋਤੀ ਬੀਬੀ ਸੁਖਦੇਵ ਕੌਰ ਜੀ, ਜਿਨ੍ਹਾਂ ਦਾ ਮੈਂ ਬਹੁਤ ਜ਼ਿਆਦਾ ਸਤਿਕਾਰ ਕਰਦਾ ਸੀਗਾ, ਹੁਣ ਅੱਜ ਉਹ ਦੁਨੀਆ ਵਿੱਚ ਨਹੀਂ ਰਹੇ ਹੈਗੇ, ਅਤੇ ਉਹਨਾਂ ਦੀ ਮੈਂ ਗੱਲ ਕੋਈ ਵੀ ਨਹੀਂ ਸੀ ਮੋੜਦਾ। ਤਾਂ ਉਹਨਾਂ ਨੇ ਮੈਨੂੰ ਆਪਣੇ ਘਰੇ ਬੁਲਾਇਆ, ਤਾਂ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਵੀ ਦੇ ਬੇਟਾ ਵੀ ਇੱਦਾਂ ਤੈਨੂੰ ਚੋਣ ਨਿਸ਼ਾਨ ਵੀ ਨਹੀਂ ਦਿੱਤਾ, ਹੁਣ ਤੇਰਾ ਸਾਥ ਵੀ ਨਹੀਂ ਦੇ ਰਹੇ, ਅਤੇ ਬਾਕੀ ਪੈਸਾ ਵੀ ਨਹੀਂ, ਕੋਈ ਇਹ ਫੰਡ ਵੀ ਨਹੀਂ ਕਿਸੇ ਪਾਸੋਂ ਆ ਰਿਹਾ ਜਿੰਨਾ ਆਪਣੇ ਕੋਲੇ ਕਿਸੇ ਪਾਸਿਓਂ ਵੀ ਜਿਹੜੇ ਸੀਗੇ ਆਪਣੇ ਕੋਲ ਪੈਸੇ ਆਪਾਂ ਉਹ ਵਰਤੀ ਜਾਂਦੇ ਹਾਂ। ਅਤੇ ਪਰ ਤੈਨੂੰ ਜ਼ਰੂਰ ਜੇ ਕੋਈ ਲੀਡਰ ਤੈਨੂੰ ਵਿਸ਼ਵਾਸ ਦਿਵਾਉਂਦਾ ਵਾ ਤਾਂ ਐਕਤੀ ਤੂੰ ਉਹਨਾਂ ਦੇ ਨਾਲ ਸਾਥ ਦੇ ਦੇ, ਅਤੇ ਬਾਕੀ ਕੋਈ ਗੱਲ ਨਹੀਂ, ਆਪਾਂ ਪੱਕੇ ਪੈਰੀ ਉਹਨਾਂ ਦੇ ਨਾਲ ਬਹਿ ਕੇ ਗੱਲ ਕਰਦੇ ਹਾਂ। ਅਸੀਂ ਬਹਿ ਕੇ ਗੱਲ ਕੀਤੀ ਅਤੇ ਅਸੀਂ ਵੀ ਸਾਨੂੰ ਆਹ ਸਾਡੀਆਂ ਮੰਗਾਂ ਨੇ, ਜਿਹਦੇ ਵਿੱਚੋਂ ਜਿਹੜਾ ਸਾਡਾ ਭਾਈਵਾਲਾ ਚੌਂਕ ਤੋਂ ਰਾਏਕੋਟ ਤੱਕ ਜਿਹੜਾ ਮਾਰਗ ਆ, ਅਸੀਂ ਇਹੀ ਮੰਗ ਕਰਦੇ ਸੀ ਵੀ ਇਹਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ। ਤਾਂ ਉਹ ਲਾਗੂ ਵੀ ਹੋ ਗਿਆ ਅਤੇ ਇਹਦੇ ਉੱਤੇ ਵੋਟ ਵੀ ਲੱਗ ਚੁੱਕੇ ਨੇ, ਅਤੇ ਹੁਣ ਇਹ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਆ। ਅਤੇ ਉਸ ਤੋਂ ਬਾਅਦ ਹੁਣ ਸਾਡੀ ਜਿਹੜੀ ਹੈਗੀ ਆ ਲੜਾਈ ਇਹੀ ਏਅਰਪੋਰਟ ਹਲਵਾਰੇ ਬਾਰੇ ਵੀ ਉਹਨੂੰ ਸਰਾਭਾ ਜੀ ਦੇ ਨਾਮ 'ਤੇ ਹੋਣਾ ਚਾਹੀਦਾ, ਸਰਾਭਾ ਜੀ ਨੂੰ ਕੌਮੀ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ। ਜਿਵੇਂ ਸਾਡੇ ਪਿੰਡ ਨੂੰ 1 ਕਰੋੜ ਰੁਪਈਆ ਵੀ ਕਾਂਗਰਸ ਵੱਲੋਂ ਮਿਲਿਆ ਵਾ, ਅਤੇ ਬਾਕੀ ਹੋਰ ਵੀ ਜਿਹੜੀਆਂ ਸੀਗੀਆਂ ਸਾਡੀਆਂ ਮੰਗਾਂ ਉਹਨਾਂ ਨੇ ਪੂਰੀਆਂ ਕੀਤੀਆਂ ਨੇ। ਅਤੇ ਇਸ ਕਰਕੇ ਮੈਂ ਬੈਠਾ ਸੀ। ਉਸ ਤੋਂ ਬਾਅਦ ਜਦੋਂ ਮੈਂ ਹੁਣ ਚੋਣ ਖਤਮ ਹੋ ਚੁੱਕੀ ਆ, ਉਸ ਤੋਂ ਬਾਅਦ ਫਿਰ ਆਪਣੇ ਜਿਹੜਾ ਮਿਸ਼ਨ ਸੀਗਾ ਅਸੀਂ ਉਹਦੇ 'ਤੇ ਚੱਲੇ ਹਾਂ, ਅਤੇ ਅਸੀਂ ਸਿਰਫ ਸਪੋਰਟ ਕੀਤੀ ਸੀਗੀ ਕਾਂਗਰਸ ਨੂੰ, ਕਾਂਗਰਸੀਆ ਨਹੀਂ ਸੀ ਬਣਿਆ ਮੈਂ। ਅਤੇ ਸਰ ਤੁਸੀਂ ਕਾਂਗਰਸ ਨੂੰ ਜੁਆਇਨ ਨਹੀਂ ਕੀਤਾ? ਜੁਆਇਨ ਨਹੀਂ ਕੀਤਾ। ਉਹ ਜਿਹੜਾ ਉਹਨਾਂ ਨੂੰ ਸਮਰਥਨ ਦਿੱਤਾ ਸੀਗਾ, ਸਮਰਥਨ ਦੇ ਵਿੱਚ ਉਹ ਕਿਸੇ ਕਾਰਨ ਵੋਟਾਂ ਦੇ ਵਿੱਚ ਨਹੀਂ ਜਿੱਤ ਸਕੇ, ਅਤੇ ਪਰ ਉਹਨਾਂ ਨੇ ਜਿੰਨੇ ਯੋਗੇ ਸੀਗਾ ਸਾਡਾ ਸਾਥ ਦਿੱਤਾ। ਅਤੇ ਬਾਕੀ ਜਿਹੜੀ ਸਾਡੀ ਜਥੇਬੰਦੀ ਆ ਉਹ ਲੜਦੀ ਆ, ਤਾਂ ਮੈਂ ਇਹ ਜਥੇਬੰਦੀ ਦੇ ਤੌਰ 'ਤੇ ਸਰਾਭਾ ਜੀ ਲੋਕ ਭਲਾਈ ਮੰਚ ਵੱਲੋਂ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜੇ ਲੀਡਰ ਸਾਡੇ ਪਿੰਡ ਵਿੱਚ ਜਿਨ੍ਹਾਂ ਨੇ ਵੀ ਕੁਛ ਵੀ ਕੀਤਾ ਵਾ ਸਰਾਭਾ ਜੀ ਦੇ ਨਾਂ ਦੇ ਉੱਤੇ ਗਰਾਂਟਾਂ ਦਿੱਤੀਆਂ ਨੇ, ਅਸੀਂ ਤਾਂ ਧੰਨਵਾਦ ਕਰਾਂਗੇ ਉਹਨਾਂ ਦਾ, ਕਿਉਂਕਿ ਚੋਣ ਲੜਨਾ, ਵੋਟ ਪਾਉਣਾ ਅਧਿਕਾਰ ਆ ਸਾਡਾ, ਚੋਣ ਲੜਨਾ ਵੀ ਸਾਡਾ ਅਧਿਕਾਰ ਆ। ਦੇਵ ਜੀ ਤੁਸੀਂ ਉਮੀਦਵਾਰ ਰਹੇ ਹੋ ਹਲਕਾ ਦਾਖਾ ਤੋਂ, ਜਦੋਂ ਤੁਸੀਂ ਪਿੰਡਾਂ ਦੇ ਵਿੱਚ ਪ੍ਰਚਾਰ ਲਈ ਜਾਂਦੇ ਸੀ, ਕਿ ਜਿਹੜੀ ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਟੀਮ ਸੀ, ਲੀਡਰਸ਼ਿਪ ਸੀ, ਤੁਹਾਡੇ ਨਾਲ ਕਿਸੇ ਪਿੰਡ ਵਿੱਚ ਗਈ? ਉਹ ਬਹੁਤ ਘੱਟ ਜਾਂਦੇ ਸੀਗੇ ਨਾਲ। ਉਹਦੇ ਵਿੱਚ ਨਾ ਜਿਹੜੇ ਸਾਡੇ ਇਲਾਕੇ ਦੇ ਬਜ਼ੁਰਗ ਸੀਗੇ, ਸਰਦਾਰ ਰਾਮਲੋਕ ਸਿੰਘ ਸਰਾਭਾ, ਕੈਪਟਨ ਸਾਡੇ ਗੁਰਦੀਪ ਸਿੰਘ ਜੀ ਚਮਿੰਡਾ, ਢਾਲੀਆਂ ਤੋਂ ਸਾਡੇ ਹਰਦੇਵ ਸਿੰਘ ਜੀ,
ਤੇ ਸੀਗੇ 4-5 ਜਿਹੜੇ ਬਜ਼ੁਰਗ ਇੱਦਾਂ। ਇੱਕ ਲੁਧਿਆਣੇ ਤੋਂ ਵੀਰ ਸੀਗਾ, ਮੈਂ ਪੂਰਾ ਨਾਮ ਨਹੀਂ ਉਹਨਾਂ ਦਾ ਜਾਣਦਾ, ਜੱਸੀ ਕਹਿੰਦੇ ਸੀਗੇ, ਤਾਂ ਉਹ ਜ਼ਰੂਰ ਸਾਥ ਦਿੰਦੇ ਹੁੰਦੇ ਸੀਗੇ। ਤਾਂ ਉਹਨਾਂ ਨੇ ਜ਼ਰੂਰ ਨਾਲ ਸਾਥ ਵੀ ਦੇਣਾ, ਤੇ ਪਰ ਮੇਰੇ ਨਾਲ ਘੱਟ ਤੌਰ 'ਤੇ ਸੀ। ਅਲੱਗ-ਅਲੱਗ ਟੋਲੇ ਬਣਾ ਕੇ ਜਾਂਦੇ ਸੀ, ਉਹ ਕਿੱਥੇ ਜਾਂਦੇ ਸੀ, ਕਿਹਨੂੰ ਕਹਿੰਦੇ ਸੀਗੇ, ਤਾਂ ਮੈਨੂੰ ਨਹੀਂ ਇਹਦੇ ਬਾਰੇ ਪਤਾ ਹੈਗਾ। ਪਰ ਸਾਥ 4-5 ਬਜ਼ੁਰਗਾਂ ਨੇ ਜ਼ਰੂਰ ਦਿੱਤਾ ਵਾ, ਤਾਂ ਜਿਹਦੇ ਵਿੱਚ ਜ਼ਿਆਦਾ ਮੇਰੇ ਪਿੰਡ ਤੋਂ ਕੈਪਟਨ ਰਾਮ ਲੋਕ ਸਰਾਭਾ ਜੀ ਨੇ ਸਾਥ ਜ਼ਰੂਰ ਦਿੱਤਾ ਵਾ ਮੇਰਾ। ਅਤੇ ਉਹਦੇ ਵਿੱਚ ਸਾਡੇ ਪਿੰਡ ਤੋਂ ਗੁਰਮੇਲ ਸਿੰਘ ਜੀ ਲੰਬੜਦਾਰ ਸੀਗੇ, ਉਹਨਾਂ ਨੇ ਵੀ ਸਾਥ ਦਿੱਤਾ। ਤਾਂ ਜੇ ਮੈਨੂੰ ਇਹ ਪੂਰਾ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਹੈਗੇ ਨੇ ਪਿੰਡ ਦੇ ਵਿੱਚ, ਇੱਕ ਪਿੰਡ 'ਚ 10-10 15-15 20 ਸੀਗੇ ਆਗੂ, ਉਹ ਜੇ ਪੂਰਾ ਸਾਥ ਦੇ ਦਿੰਦੇ ਫਿਰ ਤਾਂ ਕੋਈ ਗੱਲ ਹੀ ਨਹੀਂ ਸੀ। ਨਿਰਾਸ਼ਾ ਹੀ ਇੱਥੋਂ ਹੋਈ ਆ ਜਦੋਂ ਇਹਨਾਂ ਵੱਲੋਂ ਨਾ ਤਾਂ ਚੋਣ ਨਿਸ਼ਾਨ ਮਿਲਿਆ ਅਤੇ ਨਾ ਮੈਨੂੰ ਇਹਨਾਂ ਨੇ ਕੋਈ ਸਾਥ ਦਿੱਤਾ, ਅਤੇ ਬਸ ਸੰਘਰਸ਼ ਕਰੀ ਗਿਆ ਇਕੱਲਾ ਹੀ। ਐਂਡ ਤੱਕ ਜਿਹੜੀ ਗੱਡੀ ਮੈਂ ਵਿੱਚ ਜਾਂਦਾ ਸੀ, ਉਹ ਗੱਡੀ ਦੀ ਡਰਾਈਵਰੀ ਮੈਂ ਆਪ ਹੀ ਖੁਦ ਹੀ ਕਰਦਾ ਸੀਗਾ। ਅਤੇ ਬਾਕੀ ਜਿਹੜੀਆਂ ਗੱਡੀਆਂ ਸੀ ਉਹਦੇ ਵਿੱਚ ਕੁਝ ਸਾਥੀ ਸੀਗੇ NRI, ਉਹਨਾਂ ਨੇ ਆਪਣੇ ਵੱਲੋਂ 5 ਗੱਡੀਆਂ ਕਾਲੀਆਂ ਸਕਾਰਪੀਓ ਦਿੱਤੀਆਂ ਸੀਗੀਆਂ। ਅਤੇ ਬਾਕੀ ਹੋਰ ਮੇਰੇ ਦੋਸਤ ਸੀ ਜਿਹੜੇ, ਉਹਨਾਂ ਵੱਲੋਂ ਵੀ ਮੈਨੂੰ ਗੱਡੀਆਂ ਦਿੱਤੀਆਂ ਸੀ ਦੋਸਤੀ ਦੇ ਨਾਂ ਦੇ ਉੱਤੇ, ਜਿਹੜੇ ਉਹਨਾਂ ਵਿੱਚ ਤੇਲ ਤੱਕ ਵੀ ਆਪਦੇ ਕੋਲੋਂ ਪਵਾਉਂਦੇ ਸੀ। ਜਿਹੜਾ ਬਹੁਜਨ ਸਮਾਜ ਪਾਰਟੀ ਸੀ, ਇਹਨਾਂ ਵੱਲੋਂ ਮੈਨੂੰ ਕੋਈ ਸਪੋਰਟ ਨਹੀਂ ਸੀਗੀ। ਅੱਛਾ ਜੀ, ਜਿਹੜਾ ਪਰਗਣ ਬਿਲਗਾ ਜੀ ਬੋਲ ਰਹੇ ਨੇ ਕਿ ਉਹ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਦੇ ਉੱਪਰ ਵੱਡੇ ਦੋਸ਼ ਲਾਏ ਜਾ ਰਹੇ ਨੇ। ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਲਾਲਾਬਾਦ, ਇੱਕ ਮੁਕੇਰੀਆਂ, ਇੱਕ ਹਲਕਾ ਦਾਖਾ ਦੀ ਸੀਟ ਇਹ ਕਰੋੜ ਰੁਪਈਏ ਦੇ ਵਿੱਚ ਵੇਚੀ ਗਈ ਆ। ਕੀ ਤੁਹਾਨੂੰ ਲੱਗਦਾ ਇਹ ਵੇਚੀ ਹੋਵੇਗੀ? ਉਹੀ ਤਾਂ ਮੈਂ ਪਹਿਲਾਂ ਗੱਲ ਕਹਿ ਚੁੱਕਿਆ ਜੀ। ਜਿਹੜੇ ਸਾਡੇ ਪਰਗਣ ਬਿਲਗਾ ਜੀ ਨੇ, ਜਦੋਂ ਚੋਣਾਂ ਵਿੱਚ ਮੈਨੂੰ ਇਹੀ ਪ੍ਰਧਾਨ ਬਣਾਉਂਦੇ ਨੇ, ਇਹੀ ਮੈਨੂੰ ਚੋਣ ਲੜਨ ਲਈ ਉਮੀਦਵਾਰ ਲਾਉਂਦੇ ਨੇ, ਅਤੇ ਇਹੀ ਬੰਦੇ ਮੈਨੂੰ ਟਿਕਟ ਨਹੀਂ ਦਵਾ ਸਕੇ, ਅਤੇ ਇਹੀ ਬੰਦੇ ਮੈਨੂੰ ਆਜ਼ਾਦ ਖੜਾਉਂਦੇ ਨੇ, ਤਾਂ ਉਦੋਂ ਬਾਅਦ ਵਿੱਚ ਇਹੀ ਬੰਦੇ ਮੇਰਾ ਸਾਥ ਨਹੀਂ ਦਿੰਦੇ। ਤਾਂ ਇਹੀ ਬੰਦੇ ਅੱਜ ਆਡੀਓ ਵਿੱਚ ਮੈਨੂੰ ਸੁਣੀ ਆ, ਮੈਂ ਆਡੀਓ ਉਹਦੇ ਵਿੱਚ ਵੀ ਇਹ ਬੋਲੇ ਵੀ ਦੇਵ ਕਾਂਗਰਸ ਦੀ ਜਿਪਸੀ 'ਚ ਚੜ੍ਹ ਗਿਆ, ਫਲਾਨਾ ਹੋ ਗਿਆ। ਮੈਂ ਸੋਡਾ ਚੜ੍ਹਾਇਆ ਨਹੀਂ ਸੀ, ਚੜ੍ਹਿਆ ਮੈਂ ਯਾਦ ਸੀਗਾ। ਜੇ ਮੇਰੇ ਨਾਲ ਕੈਪਟਨ ਸੰਦੀਪ ਸੰਧੂ ਨੇ ਵਾਅਦਾ ਕੀਤਾ ਸੀਗਾ ਕਿ ਵੀ ਤੁਹਾਡੀਆਂ ਜਿਹੜੀਆਂ ਆਹ ਮੰਗਾਂ ਮੰਨੀਆਂ ਜਾਣਗੀਆਂ, ਤਾਂ ਅਸੀਂ ਕੈਪਟਨ ਸੰਦੀਪ ਸੰਧੂ ਜੀ ਦਾ ਸਾਥ ਦਿੱਤਾ ਵਾ। ਤਾਂ ਨਾਲੇ ਉਹ ਜਿਹੜੀ ਜਿਪਸੀ ਸੀ ਉਹਦੇ ਵਿੱਚ ਕਰਤਾਰ ਸਿੰਘ ਸਰਾਭਾ ਜੀ ਦੀ ਪੋਤੀ ਮੇਰੇ ਨਾਲ ਨਹੀਂ ਸੀਗੀ ਜੀ ਗੱਡੀ ਦੇ ਵਿੱਚ। ਅੱਛਾ, ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਜੀ ਤੁਹਾਡੇ ਬਾਰੇ। ਜਿਹੜਾ ਬਿਲਗਾ ਵਾ ਇਹ ਝੂਠ ਬੋਲ ਰਿਹਾ ਵਾ, ਅਤੇ ਅੱਜ ਇਹਨੂੰ ਪ੍ਰਧਾਨਗੀ ਨਹੀਂ ਹੈਗੀ, ਅੱਜ ਪ੍ਰਧਾਨਗੀ ਹੱਥੋਂ ਚਲੀ ਗਈ, ਅਤੇ ਅੱਜ ਇਹਨੂੰ ਸਾਰਾ ਕੁਝ ਦਿਸਦਾ ਵਾ। ਦੇਖੋ ਜਸਵੀਰ ਗੜੀ ਨੇ ਕੀ ਕੀਤਾ, ਇਹਨਾਂ ਨੇ ਕੀ ਕੀਤਾ, ਇਹਨਾਂ ਦੀ ਆਪਸੀ ਗੱਲ ਆ। ਮੈਨੂੰ ਤਾਂ ਜਾਣਦੀ ਜਿਹੜਾ ਪਹਿਲਾਂ ਮੇਰੇ 'ਤੇ ਦੋਸ਼ ਲੱਗਦੇ ਸੀ, ਮੈਨੂੰ ਇੰਨੀ ਕੁ ਖੁਸ਼ੀ ਹੋਈ ਆ ਜਿਹੜੇ ਮੇਰੇ 'ਤੇ ਦੋਸ਼ ਲੱਗਦੇ ਸੀ, ਦੇਵ ਵਗ ਗਿਆ, ਉਹ ਮੇਰਾ ਧੋਤਾ ਗਿਆ। ਕਿਉਂਕਿ ਅੱਜ ਮੇਰੀ ਜਿਹੜੀ ਗਵਾਹੀ ਨੇ, ਇਹ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਹੈਗੇ ਨੇ ਪ੍ਰਧਾਨ ਸੀਗਾ ਲੁਧਿਆਣੇ ਤੋਂ, ਹੁਣ ਅੱਜ ਨਹੀਂ ਰਿਹਾ, ਇਹ ਗਵਾਹੀ ਭਰਦੇ ਨੇ। ਅੱਜ ਮੈਂ ਜਿਹੜੀ ਸਮੇਂ ਦੀ ਗੱਲ ਸੀ, ਮੇਰੇ ਸਾਥੀ ਸੀਗੇ ਸਿੰਦਾ ਕੌਲਧਾਰ ਜੀ ਮੇਰੇ, ਮੈਂ ਅੱਜ ਤੱਕ ਉਹਨਾਂ ਨੂੰ ਕਦੇ ਮਿਲਿਆ ਨਹੀਂ ਹੈਗਾ। ਮੈਂ ਸਿਰਫ ਉਹਨਾਂ ਨੂੰ WhatsApp Facebook ਦੇ ਨਾਲ ਹੀ ਜੁੜਿਆ, ਉਹਨਾਂ ਦੇ ਗਰੁੱਪ ਦੇ ਵਿੱਚ ਆ ਮੈਂ। ਉਹਨਾਂ ਦੇ ਨਾਲ ਮੈਂ ਕਿਉਂਕਿ ਉਹ ਦਰਦ ਰੱਖਦੇ ਸੀ, ਕਿਉਂਕਿ ਵੀ ਉਹਨਾਂ ਮੇਰੇ ਸਮਾਜ ਦੇ ਲੋਕ ਸੀਗੇ ਉਹ, ਤਾਂ ਉਹ ਜ਼ਰੂਰ ਦਰਦ ਰੱਖਦੇ ਸੀ। ਉਹ ਹਮੇਸ਼ਾ ਮੇਰੇ ਨਾਲ ਗੱਲ ਕਰਦੇ ਸੀ ਵੀ ਦੇਵ ਕਿੱਦਾਂ ਅੱਜ ਕੰਪੇਨ ਚੱਲੀ, ਤਾਂ ਮੈਂ ਸਮੇਂ 'ਤੇ ਉਹਨਾਂ ਨੂੰ ਦੱਸਦਾ ਰਿਹਾ ਸੀਗਾ ਕਿ ਵੀ ਇਹ ਮੇਰੇ ਨਾਲ ਧੋਖਾ ਕਰਦੇ ਨੇ, ਇਹ ਮੈਨੂੰ ਸਾਥ ਨਹੀਂ ਦਿੰਦੇ ਹੈਗੇ, ਤਾਂ ਵੀ ਮੈਨੂੰ ਬਹੁਤ ਨਿਰਾਸ਼ਾ ਵਾ। ਅਤੇ ਨਾ ਤਾਂ ਮੇਰੀ ਜਿਹੜਾ ਮੈਨੂੰ ਚੋਣਾਂ 'ਚ ਖੜਾਇਆ ਵਾ ਕੋਈ ਫੰਡ ਦਾ ਪ੍ਰਬੰਧ ਵੀ ਨਹੀਂ ਕਰ ਰਹੇ, ਅਤੇ ਬਾਕੀ ਨਾ ਸਾਥ ਦੇ ਰਹੇ ਨੇ। ਕਮ ਸੇ ਕਮ ਸਾਥ ਹੀ ਦੇ ਦੇਣ। ਚੋਣਾਂ ਤਾਂ ਵੀ ਫੰਡ ਤੋਂ ਬਿਨਾਂ ਵੀ ਲੜ ਲਾਂਗੇ, ਪਰ ਸਾਥ ਜ਼ਰੂਰੀ ਆ, ਪਰ ਇਹਨਾਂ ਨੇ ਸਾਥ ਵੀ ਨਹੀਂ ਦਿੱਤਾ। ਅੱਜ ਉਹ ਪਰਗਣ ਬਿਲਗਾ ਜੀ ਜਿਹੜੇ ਨੇ ਆਡੀਓ ਪਾ ਕੇ ਪਾਉਂਦੇ ਨੇ, ਪਰ ਹਾਂ ਆਡੀਓ ਪਾਈ ਆ ਜਿਹੜੀ ਉਹਦੇ ਵਿੱਚ ਭਾਸ਼ਾ ਵਰਤੀ ਆ ਜਸਵੀਰ ਗੜੀ ਖਾਤਰ। ਜਸਵੀਰ ਗੜੀ ਨੇ ਕੀ ਕੀਤਾ, ਕਿੰਨੇ 'ਚ ਵੇਚੀ, ਇਹ ਉਹਨਾਂ ਦਾ ਆਪਦੇ ਸਵਾਲ ਨੇ, ਆਪਦੇ ਜਵਾਬ ਨੇ, ਇਹ ਉਹਨਾਂ ਦਾ ਆਪਦਾ ਮਸਲਾ। ਤੁਸੀਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੋਗੇ? ਮੈਂ ਉਹਦੇ ਬਾਰੇ ਕਹਿਣਾ ਤਾਂ ਨਹੀਂ ਚਾਹੁੰਦਾ, ਪਰ ਇਹ ਗੱਲ ਜ਼ਰੂਰ ਕਹੂੰਗਾ ਵੀ ਜਦੋਂ ਵੀ ਕਿਸੇ ਦੇ ਬਾਰੇ ਬੋਲਣਾ ਵਾ, ਬੜੇ ਸਤਿਕਾਰ ਨਾਲ ਬੋਲਣਾ ਚਾਹੀਦਾ ਵਾ। ਕਿਉਂਕਿ ਜਸਵੀਰ ਗੜੀ ਨੇ ਚਾਹੇ ਕੁਛ ਮਾੜਾ ਕੀਤਾ ਚਾਹੇ ਚੰਗਾ ਕੀਤਾ, ਪਰ ਉਹਨਾਂ ਦੇ ਬਜ਼ੁਰਗਾਂ ਨੂੰ ਜਿਹੜੀ ਭਾਸ਼ਾ ਵਰਤਣੀ ਆ ਉਹ ਸਤਿਕਾਰ ਨਾਲ ਵਰਤਣੀ ਚਾਹੀਦੀ ਆ। ਕਿਉਂਕਿ ਉਹ ਸਾਡੇ ਬਜ਼ੁਰਗ ਨੇ। ਜਸਵੀਰ ਗੜੀ ਦਾ ਕਸੂਰ ਹੋ ਸਕਦਾ, ਪਰ ਜਸਵੀਰ ਗੜੀ ਦੇ ਜਿਹੜੇ ਪਿਤਾ ਜੀ ਆ ਸਤਿਕਾਰਯੋਗ ਨੇ ਸਾਡੇ, ਉਹਨਾਂ ਦਾ ਕੋਈ ਕਸੂਰ ਨਹੀਂ। ਉਹਨਾਂ ਨੂੰ ਗਾਲ ਕੱਢ ਕੇ ਬੋਲਣਾ, ਪਰਗਣ ਬਿਲਗੇ ਵੱਲੋਂ ਜਿਹੜੀ ਆਡੀਓ ਪਾਈ ਆ ਉਹਦੇ ਵਿੱਚ ਗਾਲ ਕੱਢੀ ਗਈ ਆ, ਅਤੇ ਉਹ ਮਦਭਾਗਾ ਵਾ। ਅਤੇ ਬਾਕੀ ਜਿਹੜਾ ਮੇਰੇ ਨਾਲ ਇਹਨਾਂ ਨੇ ਘਾਣ ਕੀਤਾ ਵਾ, ਉਹ ਭਾਵੇਂ ਜਸਵੀਰ ਗੜੀ ਹੋਵੇ, ਉਹ ਭਾਵੇਂ ਪਰਗਣ ਬਿਲਗਾ ਹੋਵੇ, ਉਹ ਭਾਵੇਂ GK ਗਰਮੇਲ ਹੋਵੇ, ਉਹ ਭਾਵੇਂ ਸਾਡੇ ਗੋਗੀ ਹੋਵੇ ਖੰਨੇ ਵਾਲਾ, ਉਹਦੇ ਵਿੱਚ ਇੱਕ ਝਾਮਟ ਮੈਂ ਪੂਰਾ ਲਖਬੀਰ ਝਾਮਟ ਉਹ ਹੋਵੇ, ਅਤੇ ਇਹ ਲੋਕ ਨੇ ਜਿਨ੍ਹਾਂ ਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ। ਮੈਨੂੰ ਬੜੀ ਜ਼ਿਆਦਾ ਲੋਕਾਂ ਦੇ ਤਾਨੇ ਸਹਿਣੇ ਪਏ। ਮੇਰੀ Facebook ਦੇ ਉੱਤੇ ਮੈਨੂੰ ਲਫ਼ਜ਼ ਵਰਤਿਆ ਜਾਂਦਾ ਸੀਗਾ ਵੀ ਗਦਾਰ ਲਿਖਦੇ ਸੀਗੇ ਵੀ ਗਦਾਰ ਵਿਕ ਗਿਆ।
ਜਿਹੜੇ ਬੰਦੇ ਮੈਨੂੰ ਇਹ ਕਹਿੰਦੇ ਸੀਗੇ ਉਹ ਮੇਰੇ ਹਲਕੇ ਦਾਖੇ 'ਚ ਵੀ ਨਹੀਂ ਪੈਂਦੇ ਸੀਗੇ। ਉਹ ਕੁਝ ਗੱਲਾਂ ਤੋਂ ਸੀ, ਕੁਝ ਬਾਹਰਲੇ ਸੀ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵਾਂ ਵੀ ਤੁਹਾਡੀ ਦੇਣ ਕੀ ਆ ਮੈਨੂੰ, ਜਾਂ ਮੇਰੇ ਪੰਜਾਬ ਨੂੰ, ਜਾਂ ਤੁਹਾਡੇ ਇਲਾਕੇ ਨੂੰ ਕੀ ਦੇਣਾ ਤੁਹਾਡੀ, ਵੀ ਤੁਸੀਂ ਮੈਨੂੰ ਗਦਾਰ ਕਹਿੰਦੇ ਹੋ। ਮੈਂ ਤਾਂ 24-25 ਸਾਲਾਂ ਤੋਂ ਜਿੰਨੇ ਜੋਗਾ ਮੇਰਾ ਕੱਦ ਆ, ਮੈਂ ਇੱਕ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਹਾਂ। ਮੈਂ ਤਾਂ ਲੜਾਈ ਲੜਦਾ ਵਾਂ ਅਤੇ ਹੁਣ ਵੀ ਮੈਂ ਆਪਦੀ ਲੜਾਈ ਜਾਰੀ ਆ, ਬੈਠਿਆ ਨਹੀਂ ਹੈਗਾ। ਅਤੇ ਜੇ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਇਹ ਲੀਡਰ ਸੀਗੇ ਮੇਰੇ ਨਾਲ ਧੋਖਾ ਕਰ ਗਏ ਤਾਂ ਮੈਨੂੰ ਨਿਰਾਸ਼ਾ ਥੋੜ੍ਹਾ ਟਾਈਮ ਪਈ ਆ, ਪਰ ਅੱਜ ਮੈਨੂੰ ਖੁਸ਼ੀ ਆ। ਮੈਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਝੁਕਾ ਕੇ ਮੈਂ ਕਹਿਣਾ ਵਾ ਕਿ ਮੈਨੂੰ ਬੜਾ ਇਹਦੇ ਵਿੱਚ ਹੁਣ ਮੈਨੂੰ ਖੁਸ਼ੀ ਹੋਈ ਆ ਕਿ ਜਿਹੜਾ ਇਹ ਪਰਗਣ ਬਿਲਗਾ ਅੱਜ ਸੱਚ ਬੋਲਿਆ ਵਾ। ਜਿਹੜੇ ਲੋਕ ਮੈਨੂੰ ਗਦਾਰ ਕਹਿੰਦੇ ਸੀਗੇ ਨਾ, ਜਾਂ ਵੀ ਵੈਗ ਗਿਆ ਕਹਿੰਦੇ ਸੀ, ਹੁਣ ਉਹਨਾਂ ਦੇ ਮੂੰਹ 'ਤੇ ਕਰਾਰੀ ਚਪੇੜ ਇਹਨਾਂ ਨੇ ਆਪ ਹੀ ਮਾਰਤੀ। ਅਤੇ ਹੁਣ ਪਤਾ ਲੱਗਿਆ ਵੀ ਮੈਂ ਉਦੋਂ ਵੀ ਨਹੀਂ ਵਿਕਿਆ ਸੀ, ਮੈਨੂੰ ਨਾ ਹੀ ਕੋਈ ਖਰੀਦ ਸਕਦਾ ਵਾ, ਨਾ ਕੋਈ ਇਹੋ ਜਿਹਾ ਕੋਈ ਲੀਡਰ ਜੰਮਿਆ ਜਿਹੜਾ ਸਾਨੂੰ ਖਰੀਦ ਲੂ। ਅਸੀਂ ਤਾਂ ਉਦੋਂ ਨਹੀਂ ਵਿਕੇ ਜਦੋਂ ਵਿਕਣਾ ਸੀਗਾ, ਅਤੇ ਹੁਣ ਤਾਂ ਸਾਨੂੰ ਕਿਹੜਾ ਖਰੀਦ ਲੂਗਾ। ਹਾਂ, ਅਸੀਂ ਵਿਕਾਂਗੇ ਆਪਦੇ ਬਾਬੇ ਲਈ, ਕਰਤਾਰ ਸਿੰਘ ਸਰਾਭਾ ਲਈ, ਅਸੀਂ ਵਿਕਾਂਗੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਲਈ, ਅਤੇ ਅਸੀਂ ਵਿਕਾਂਗੇ ਬਾਬਾ ਸਾਹਿਬ ਕਾਂਸੀ ਰਾਮ ਜੀ ਦੇ ਮਿਸ਼ਨ 'ਤੇ ਵਿਕਾਂਗੇ, ਕਿਉਂਕਿ ਅਸੀਂ ਲੋਕਾਂ ਦੇ ਹੱਕਾਂ ਲਈ ਲੜਾਂਗੇ, ਅਸੀਂ ਲੋਕਾਂ ਦੇ ਲਈ ਵਿਕਾਂਗੇ। ਅਸੀਂ ਸੰਘਰਸ਼ ਕਰਾਂਗੇ, ਜਿਹੜਾ ਚੱਲਦਾ ਸੰਘਰਸ਼ ਆ ਮਜ਼ਦੂਰਾਂ ਲਈ, ਕਿਸਾਨਾਂ ਲਈ, ਨੌਜਵਾਨਾਂ ਲਈ, ਸ਼ਹੀਦਾਂ ਲਈ, ਜਿਹੜਾ ਸਾਡਾ ਸਤਿਕਾਰ ਦਬਾਉਣ ਲਈ ਜਿਹੜੀ ਲੜਾਈ ਚੱਲਦੀ ਆ, ਉਹ ਅਸੀਂ ਲੜ ਰਹੇ ਹਾਂ। ਪਰ ਮੈਂ ਫਿਰ ਇਹੀ ਗੱਲ ਕਹੂੰਗਾ ਵੀ ਮੈਨੂੰ ਇਹ ਆਸ ਨਹੀਂ ਸੀਗੀ ਬਹੁਜਨ ਸਮਾਜ ਪਾਰਟੀ ਤੋਂ, ਜਿਹੜਾ ਇਹਨਾਂ ਨੇ ਇੱਦਾਂ ਕੀਤਾ। ਤੁਸੀਂ ਕਿੱਦਾਂ ਨੌਜਵਾਨਾਂ ਨੂੰ ਯਾਰ ਚੋਣਾਂ ਵਿੱਚ ਖੜਾ ਦਿੰਦੇ ਹੋ, ਤੁਸੀਂ ਚੋਣ ਦੇ ਵਿੱਚ ਲੜਾਉਂਦੇ ਹੋ, ਫਿਰ ਤੁਸੀਂ ਚੋਣ ਨਿਸ਼ਾਨ ਵੀ ਨਹੀਂ ਦਿੰਦੇ ਹੈਗੇ। ਤੁਸੀਂ ਲੋਕਾਂ ਨੂੰ ਕਹਿੰਦੇ ਹੋ ਵੋਟਾਂ ਪਾਇਓ, ਕਿਵੇਂ ਵੋਟਾਂ ਪਾਉਣਗੇ? ਤੁਸੀਂ ਤਾਂ ਚੋਣ ਨਿਸ਼ਾਨ ਦੇਣ ਨੂੰ ਤਿਆਰ ਨਹੀਂ। ਫਿਰ ਵੀ ਚੋਣ ਨਿਸ਼ਾਨ ਮੈਨੂੰ ਆਜ਼ਾਦ ਖੜਿਆ, ਸਿਲਾਈ ਮਸ਼ੀਨ ਮਿਲਿਆ, ਮੈਨੂੰ 750 ਵੋਟ ਕਰੀਬ ਪਈ ਆ, ਤਾਂ ਉਹ ਲੋਕਾਂ ਨੇ ਪਾਈ ਆ। ਜੇ ਕਿਤੇ ਚੋਣ ਨਿਸ਼ਾਨ ਮਿਲ ਜਾਂਦਾ ਤਾਂ ਜ਼ਰੂਰ ਹਾਰ ਜਿੱਤ ਦਾ ਜਿਹੜਾ ਫੈਸਲਾ ਸੀਗਾ ਨਾ, ਉਹ ਬਹੁਜਨ ਸਮਾਜ ਪਾਰਟੀ ਨੇ ਕਰਨਾ ਸੀ। ਇਹ ਨਿਕੰਮੇ ਜਿਹੜੇ ਲੀਡਰ ਨੇ, ਇਹਨਾਂ ਕਰਕੇ ਉਹ ਗਲਤ ਕੰਮ ਹੋ ਗਿਆ, ਜਿਹਦੇ ਲਈ ਜਿਹੜੇ ਦੋਸ਼ ਨੇ ਇਹਨਾਂ ਦੇ ਉੱਤੇ ਜਾਂਦੇ ਨੇ। ਉਹਦੇ ਉੱਤੇ ਜਸਵੀਰ ਗੜ੍ਹੀ 'ਤੇ ਜਾਂਦੇ ਨੇ, ਜਿਹੜਾ ਅੱਜ ਪ੍ਰਧਾਨ ਨੇ ਬਹੁਜਨ ਸਮਾਜ ਪਾਰਟੀ ਦੇ, ਪਰਗਣ ਬਿਲਗਾ ਉਦੋਂ ਲੁਧਿਆਣੇ ਜ਼ਿਲ੍ਹੇ ਦਾ ਪ੍ਰਧਾਨ ਸੀ, ਉਹਦੇ 'ਤੇ ਜਾਂਦੇ ਨੇ। ਕਿਉਂਕਿ ਇਹਨਾਂ ਨੇ ਉਦੋਂ ਇਹਨਾਂ ਦੀ ਇੱਕ ਸੀਗੀ ਗੱਲ, ਅੱਜ ਇਹਨਾਂ ਦੀ ਕੋਈ ਮੈਂ ਤਾਂ ਇਹੀ ਕਹੂੰਗਾ ਵੀ ਵੰਡ ਨੂੰ ਲੈ ਕੇ ਰੌਲਾ ਪੈ ਗਿਆ। ਅੱਜ ਇੱਕ ਦੂਜੇ ਨੂੰ ਇਹ ਮਾੜਾ ਕਹਿ ਰਹੇ ਨੇ, ਅਤੇ ਪਰ ਜਿਹੜਾ ਕੁਛ ਇਹਨਾਂ ਨੇ ਕੀਤਾ ਨਾ, ਚੰਗਾ ਨਹੀਂ ਕੀਤਾ, ਮਾੜਾ ਕੀਤਾ। ਉਹ ਦੇਵ ਜੀ, ਤੁਹਾਨੂੰ ਲੋਕਾਂ ਨੇ ਗਦਾਰ ਆਖਿਆ, ਤੁਹਾਨੂੰ ਇਹ ਆਖਿਆ ਕਿ ਤੁਸੀਂ ਵਿਕ ਗਏ ਹੋ, ਪਰ ਇਹ ਸੱਚਾਈ ਹੁਣ ਲੋਕਾਂ ਦੇ ਸਾਹਮਣੇ ਆ ਚੁੱਕੀ ਆ। ਤੁਹਾਨੂੰ ਵੇਚਿਆ ਗਿਆ, ਉਹਨਾਂ ਦੇ ਬੰਨਿਓ, ਪਾਰਟੀ ਬੰਨਿਓ ਵੇਚਿਆ ਗਿਆ, ਪਰ ਤੁਸੀਂ ਆਜ਼ਾਦ ਸੀ, ਤੁਸੀਂ ਨਹੀਂ ਵਿਕੇ। ਤੁਸੀਂ ਹੁਣ ਸੱਚਾਈ ਸਾਹਮਣੇ ਆਉਣ 'ਤੇ ਕੀ ਮਹਿਸੂਸ ਕਰਦੇ ਹੋ? ਮੈਂ ਤਾਂ ਉਸ ਸਮੇਂ ਵੀ ਥੋੜ੍ਹਾ ਇੱਕ ਅੱਧਾ ਮਹੀਨਾ ਤਾਂ ਮੈਨੂੰ ਨਿਰਾਸ਼ਾ ਬਹੁਤ ਰਹੀ ਆ ਵੀ ਯਾਰ ਮੈਂ ਕਿਹੜੀ ਲੜਾਈ ਲੜਦਾ ਸੀਗਾ, ਤਾਂ ਮੈਂ ਕਾਹਦੇ ਖਾਤਰ ਵੇਚਿਆ ਵੀ ਕਾਹਦਾ ਵਾ, ਸਾਥ ਦਿੱਤਾ ਸੀ ਕੈਪਟਨ ਸੰਦੀਪ ਸੰਧੂ ਜੀ ਦਾ। ਉਹਨਾਂ ਨੇ 1 ਮਹੀਨਾ ਨਹੀਂ ਪੈਣ ਦਿੰਦਾ। 1 ਮਹੀਨੇ ਬਾਅਦ ਸਾਡੇ ਪਿੰਡ ਵਿੱਚ ਆ ਕੇ ਪੰਜਾਬ ਸਰਕਾਰ ਵੱਲੋਂ ਸਾਡੇ ਵਿਜੇਂਦਰ ਸਿੰਗਲਾ ਜੀ ਬਕਾਇਦਾ ਬਾਬਾ ਜੀ ਦੇ ਬੁੱਤ ਦੇ ਕੋਲੇ ਆ ਕੇ ਬੋਰਡ ਲਾ ਕੇ ਇਸ ਮਾਰਗ ਨੂੰ ਸਖਤੀ ਨਾਲ ਲਾਗੂ ਕਰ ਦਿੰਦੇ ਨੇ। ਤਾਂ ਫਿਰ ਵੀ ਕੁਝ ਬੰਦੇ ਤਾਂ ਫਿਰ ਵੀ ਇੱਕ ਨਹੀਂ ਕਹੇ ਵੀ ਤੂੰ ਵਿਕ ਗਿਆ ਸੀ। ਫਿਰ ਗਦਾਰ ਕਹਿਣਾ ਤਾਂ ਸੱਟ ਤਾਂ ਲਫ਼ਜ਼, ਪਰ ਮੂੰਹ 'ਤੇ ਤਾਂ ਕੋਈ ਨਹੀਂ ਕਹਿੰਦਾ ਹੈਗਾ, ਮੂੰਹ ਦੇ ਉੱਤੇ ਤਾਂ ਨਹੀਂ ਕਹਿੰਦੇ, ਪਿੱਠ ਪਿੱਛੇ ਕਹਿੰਦੇ। ਪਿੱਠ ਪਿੱਛੇ ਵਾਲੇ ਨੂੰ ਮੈਂ ਨਹੀਂ ਮਰਦ ਮੰਨਦਾ, ਪਰ ਜੇ ਕੋਈ ਬੰਦਾ ਮੂੰਹ 'ਤੇ ਕਹੇ ਫਿਰ ਸੀ। ਪਰ ਅੱਜ ਤਾਂ ਵਾਹਿਗੁਰੂ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਜਿਹੜੇ ਮੇਰੇ 'ਤੇ ਦਾਗ ਲੱਗਦੇ ਸੀ ਉਹ ਧੋਤੇ ਗਏ ਨੇ। ਮੇਰੀ ਗਵਾਹੀ ਨੇ ਜਿਹੜੇ ਇਹ ਬਹੁਜਨ ਸਮਾਜ ਪਾਰਟੀ ਦੇ ਜਿਹੜਾ ਪ੍ਰਧਾਨ ਸੀਗਾ ਪਰਗਣ ਬਿਲਗਾ, ਉਹਨੇ ਧੋਤਾ ਵਾ, ਅਤੇ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਵਾ ਵੀ ਦੇਵ ਨੂੰ ਤੁਸੀਂ ਕੀ ਦਿੱਤਾ ਸੀ। ਹਾਂ, ਪਰਗਣ ਬਿਲਗੇ ਹੁਣੀ ਨੇ ਜਿਹੜੇ ਇਹ ਸਾਰੀ ਦਿਹਾੜੀ ਵੱਖ-ਵੱਖ ਪਿੰਡਾਂ ਦੇ ਵਿੱਚ ਮੇਰੇ ਨਾਂ 'ਤੇ ਬੜੇ ਫੰਡ ਇਕੱਠੇ ਕੀਤੇ ਨੇ, ਮੈਨੂੰ ਇਹਨਾਂ ਨੇ ਫੰਡ ਕੋਈ ਵੀ ਨਹੀਂ ਦਿੱਤਾ। ਤਾਂ ਇਹ ਜਵਾਬ ਇਹਨਾਂ ਨੂੰ ਦੇਣਾ ਪੈਣਾ ਵਾ। ਉਹਦੇ ਵਿੱਚ ਜਸਵੀਰ ਗੜ੍ਹੀ ਨੇ ਕਿਤੋਂ ਕੀ ਲਿਆ ਵਾ, ਤਾਂ ਮੈਨੂੰ ਚੋਣ ਨਿਸ਼ਾਨ ਕਿਉਂ ਨਹੀਂ ਦਿੱਤਾ? ਉਹ ਜਿਹੜਾ ਜਸਵੀਰ ਗੜ੍ਹੀ ਨੇ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਪ੍ਰਧਾਨ ਨੇ, ਉਹਨਾਂ ਨੂੰ ਜਵਾਬ ਜ਼ਰੂਰ ਦੇਣਾ ਪੈਣਾ ਵਾ। ਜਿਹੜੇ ਸਾਡੇ ਸਮਾਜ ਦੇ ਲੋਕ ਨੇ ਉਹਨਾਂ ਤੋਂ ਜਵਾਬ ਇਹ ਜ਼ਰੂਰ ਮੰਗਦੇ ਨੇ, ਕਿਉਂਕਿ ਤੁਸੀਂ ਇੱਦਾਂ ਵੇਚ ਦਿੰਦੇ ਹੋ ਲੋਕਾਂ ਨੂੰ, ਤੁਹਾਡੇ ਵਾਸਤੇ ਵਧੀਆ ਗੱਲ ਨਹੀਂ ਹੈਗੀ। ਅੱਜ ਤੁਸੀਂ ਅਕਾਲੀ ਦਲ ਦੇ ਨਾਲ ਗਠਬੰਧਨ ਕਰਦੇ ਹੋ, ਤੁਸੀਂ ਹੁਣ ਫੇਰ ਦੁਬਾਰਾ ਸਮਾਜ ਨੂੰ ਵੇਚ ਨਾ ਜਾਇਓ ਕਿਤੇ। ਜੇ ਹੁਣ ਤੁਸੀਂ ਕਿਸੇ ਨਾਲ ਖੜ੍ਹੇ ਹੋ ਨਾ, ਖੜ੍ਹ ਜਿਓ, ਪਰ ਮੈਨੂੰ ਲੱਗਦਾ ਨਹੀਂ ਹੈਗਾ ਵੀ ਇਹ ਜਿਹੜੀਆਂ ਸਾਡੀਆਂ ਚੋਣਾਂ ਆਉਂਦੀਆਂ ਨੇ 2022 ਦੀਆਂ, ਉਦੋਂ ਤੱਕ ਜਿਹੜੇ ਸਾਡੇ ਹੈਗੇ ਨੇ ਇਹ ਬਹੁਜਨ ਸਮਾਜ ਪਾਰਟੀ ਵਾਲੇ, ਮੈਨੂੰ ਲੱਗਦਾ ਨਹੀਂ ਇਹਨਾਂ ਦਾ ਇੱਕਾ ਰਹੂਗਾ। ਵੀ ਮੈਨੂੰ ਲੱਗਦਾ ਚੋਣਾਂ ਤੋਂ ਪਹਿਲਾਂ ਇੱਕ ਦੂਜੇ ਤੋਂ ਅਲੱਗ ਹੋ ਜਾਣਗੇ, ਕਿਉਂਕਿ ਜਿਹੜੇ ਸੌਦੇਬਾਜ਼ ਲੋਕ ਹੁੰਦੇ ਨੇ ਨਾ, ਉਹਨਾਂ ਨੇ ਸੌਦੇ ਕਰਨੇ ਹੁੰਦੇ ਨੇ।
ਤੇ ਸੌਦੇਬਾਜ਼ੀਆਂ ਦੇ ਵਿੱਚ ਹੀ ਉਹ ਜ਼ਿਆਦਾ ਸਮਾਂ ਬਤੀਤ ਕਰਦੇ ਨੇ ਤੇ ਨਹੀਂ ਕੌਮ ਦੇ ਬਾਰੇ ਨਹੀਂ ਸੋਚਦੇ, ਆਪਣੇ ਸਮਾਜ ਬਾਰੇ ਨਹੀਂ ਸੋਚਦੇ ਹੈਗੇ। ਤੇ ਆਉਣ ਵਾਲੇ ਦਿਨ ਤੁਹਾਨੂੰ ਪਤਾ ਲੱਗ ਜੂਗਾ ਜੀ। ਤੇ ਬਾਕੀ ਸਾਡੇ ਕਿਸਾਨ ਮਜ਼ਦੂਰਾਂ ਦੀ ਜਿੱਤ ਹੋਈ ਆ, ਮੋਦੀ ਵੱਲੋਂ, ਪ੍ਰਧਾਨ ਮੰਤਰੀ ਵੱਲੋਂ ਕਾਲੇ ਬਿੱਲਾਂ ਬਾਰੇ ਵੀ ਕਿਹਾ ਗਿਆ। ਤਾਂ ਅਸੀਂ ਤਾਂ ਨੌਜਵਾਨਾਂ ਵੱਲੋਂ ਵੀ ਅਸੀਂ ਅਪੀਲ ਕਰਦੇ ਹਾਂ ਵੀ ਅਸੀਂ ਤਾਂ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਵੀ ਕੋਈ ਫਰੰਟ ਬਣੂਗਾ ਤੇ ਉਹਦੇ ਉੱਤੇ ਜ਼ਰੂਰ ਸਾਥ ਦੇਵਾਂਗੇ ਡਟ ਕੇ, ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਤੋਂ। ਬਾਕੀ ਦੇਵ ਜੀ, ਸਿਸਟਮ ਖਰਾਬ ਆ, ਸਮਾਜ ਦੇ ਸੁਧਾਰ ਲਈ ਤੁਸੀਂ ਕੀ ਯਤਨ ਕਰ ਰਹੇ ਹੋ? ਯਤਨ ਤਾਂ ਜੀ ਇਕੱਲੇ ਦੇ ਯਤਨ ਕਰਨ ਨਾਲ ਤਾਂ ਕੁਛ ਵੀ ਨਹੀਂ ਬਣਦਾ। ਤੇ ਜਿਹੜੇ ਸਾਡੀਆਂ ਸਮੂਹ ਜਥੇਬੰਦੀਆਂ ਨੇ ਉਹਨਾਂ ਦਾ ਹਮੇਸ਼ਾ ਲੱਗੀਆਂ ਹੋਈਆਂ ਨੇ, ਚੜ੍ਹਦੇ ਸੂਰਜ ਦੇ ਨਾਲ ਸੰਘਰਸ਼ ਲੜਦੀਆਂ ਨੇ, ਨਿੱਤ ਲੜਾਈ ਲੜਦੀਆਂ ਨੇ। ਥਾਣਿਆਂ ਦੇ ਵਿੱਚ ਇਨਸਾਫ ਨਹੀਂ ਮਿਲਦਾ, ਉੱਥੇ ਜਾ ਕੇ ਸੰਘਰਸ਼ ਕਰਨਾ ਪੈਂਦਾ ਵਾ। ਤੁਸੀਂ ਅੱਜ ਕਿਸੇ ਵੀ ਥਾਣੇ ਵਿੱਚ ਚਲੇ ਜਾਓ, ਤੁਸੀਂ ਦਰਖਾਸਤ ਦੇ ਕੇ ਚਲੇ ਜਾਓ, ਜਿੰਨਾ ਚੱਕਰ ਗਾਂਧੀ ਦੀ ਤਸਵੀਰ ਵਾਲਾ ਤੁਸੀਂ ਪਰਚੀ ਨਹੀਂ ਦਿੰਦੇ ਕਿਤੇ ਕੰਮ ਨਹੀਂ ਹੁੰਦਾ ਹੈਗਾ। ਤਾਂ ਮੈਂ ਗਵਾਹੀ ਭਰੂੰਗਾ ਇਸ ਚੀਜ਼ ਦੀ, ਮੇਰੇ ਕੋਲ ਪ੍ਰੂਫ ਨੇ, ਮੈਂ ਵਿਦ ਪ੍ਰੂਫ ਗੱਲ ਕਰਦਾ ਇਹ ਚੀਜ਼ ਦੀ ਵੀ ਉਹ ਜਿੰਨਾ ਚੱਕਰ ਤੁਸੀਂ ਉਹਨਾਂ ਨੂੰ ਨੀਲੇ ਨੋਟ ਨਹੀਂ ਦਿੰਦੇ, ਕੰਮ ਨਹੀਂ ਹੁੰਦਾ ਹੈਗਾ। ਤਾਂ ਜਿਹੜੀਆਂ ਜਥੇਬੰਦੀਆਂ ਨੇ ਸਾਡੀਆਂ ਲੜਾਈਆਂ ਲੜਦੀਆਂ ਨੇ, ਸਲੂਟ ਆ ਇਹਨਾਂ ਨੂੰ। ਜੇ ਅੱਜ ਸਾਡੇ ਸਾਰੇ ਇਕਜੁੱਟ ਹੋ ਕੇ ਦਿੱਲੀ ਦੀਆਂ ਬਹਿਰੂਹਾਂ ਦੇ ਉੱਪਰ ਮੋਰਚਾ ਲਾ ਕੇ ਤਕਰੀਬਨ ਸਾਲ ਲੜਾਈ ਲੜੀ ਆ, 6 ਮਹੀਨੇ ਇੱਥੇ ਅਸੀਂ ਲੜਾਈ ਲੜੀ ਆ ਪੰਜਾਬ 'ਚ, ਤਾਂ ਸਾਡੀ ਜਿੱਤ ਹੋਈ ਆ। ਤੁਸੀਂ ਗਿਣਤੀ ਨਾ ਗਿਣਿਆ ਕਰੋ, ਗਿਣਤੀ ਦੇ ਵਿੱਚ ਨਹੀਂ ਵੱਡੀ ਗੱਲ ਹੁੰਦੀ। ਜਦੋਂ ਹੱਕ ਸੱਚ ਦੀ ਗੱਲ ਕਰਨੀ ਆ ਨਾ, ਉਦੋਂ ਤੁਹਾਨੂੰ ਘਰੋਂ ਇਕੱਲੇ ਨੂੰ ਹੀ ਨਿਕਲਣਾ ਪੈਣਾ ਵਾ। ਤੇ ਜਿੱਦਣ ਤੁਸੀਂ ਘਰੋਂ ਹੱਕ ਸੱਚ ਦੀ ਗੱਲ ਕਰੋਗੇ ਤਾਂ ਤੁਹਾਨੂੰ ਨਾ ਇਹ ਸੋਚ ਲੈਣਾ ਚਾਹੀਦਾ ਵਾ ਵੀ ਜਿਹੜਾ ਜੁੱਤੀਆਂ ਦਾ ਟੋਕਰਾ ਉਹਨੂੰ ਤੁਹਾਨੂੰ ਸਿਰ 'ਤੇ ਚੱਕ ਕੇ ਤੁਰਨਾ ਪੈਣਾ ਵਾ। ਤੇ ਜਦੋਂ ਤੁਸੀਂ ਚੰਗੇ ਕੰਮ ਕਰੋਗੇ ਤਾਂ ਤੁਹਾਨੂੰ ਜ਼ਰੂਰ ਤਾਨੇ ਮਿਹਣੇ ਸੁਣਨੇ ਪੈਣਗੇ। ਜਿਹੜੇ ਬੰਦੇ ਮਾੜਾ ਕੰਮ ਕਰਦੇ ਆ ਉਹਦੇ ਬਾਰੇ ਕੋਈ ਵੀ ਕੁਛ ਨਹੀਂ ਕਹਿੰਦਾ ਹੈਗਾ। ਜੇ ਅਸੀਂ ਸ਼ਹੀਦਾਂ ਦੀ ਸੋਚ 'ਤੇ ਪਹਿਰਾ ਦਿੰਦੇ ਹਾਂ, ਸਾਡੇ ਸਾਥੀਆਂ ਦੀ ਗਿਣਤੀ ਭਾਵੇਂ ਘੱਟ ਆ, ਪਰ ਸਾਨੂੰ ਸਕੂਨ ਆ, ਸਾਨੂੰ ਰਾਤ ਨੂੰ ਨੀਂਦ ਵਧੀਆ ਆਉਂਦੀ ਆ ਕਿ ਅਸੀਂ ਆਪਣੇ ਬਾਬੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਸੋਚ 'ਤੇ ਪਹਿਰਾ ਦੇਣ ਲਈ ਯਤਨ ਕਰਦੇ ਹਾਂ। ਅਸੀਂ ਇਹੀ ਕਹਿੰਦੇ ਆ ਨਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਿਹੜਾ ਜੱਦੀ ਘਰ ਆ ਉਹ ਦੁਬਾਰਾ ਕੰਧਾਂ ਤੋਂ ਖਲੇਪੜ ਲੈ ਰਹੇ ਨੇ, ਉਹਨੂੰ ਸਾਂਭਿਆ ਜਾਵੇ। ਅਸੀਂ ਇਹੀ ਕਹਿੰਦੇ ਆ ਨਾ ਕਿ ਜਿਨ੍ਹਾਂ ਨੇ ਸਾਨੂੰ ਅੱਜ ਆਜ਼ਾਦੀ ਦਾ ਨਿੱਘ ਅਸੀਂ ਮਾਰ ਰਹੇ ਹਾਂ, ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਵਾਈ ਆ, ਉਹ ਭਾਵੇਂ ਸ਼ਹੀਦ ਭਗਤ ਸਿੰਘ ਜੀ ਹੋਣ, ਉਹ ਭਾਵੇਂ ਸ਼ਹੀਦ ਊਧਮ ਸਿੰਘ ਜੀ ਹੋਣ, ਉਹ ਭਾਵੇਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਹੋਣ, ਉਹ ਭਾਵੇਂ ਮਦਨ ਲਾਲ ਡੀਂਗਰਾ ਜੀ ਹੋਣ। ਤਾਂ ਜਿਨ੍ਹਾਂ ਨੇ ਵੀ ਸਾਨੂੰ ਆਜ਼ਾਦੀ ਦਿਵਾਈ ਆ ਉਹਨਾਂ ਨੂੰ ਕੌਮ ਦਾ ਸ਼ਹੀਦ ਮੰਨਣਾ ਜ਼ਰੂਰੀ ਆ। ਤੇ ਅਸੀਂ ਉਹ ਲੜਾਈ ਲੜ ਰਹੇ ਹਾਂ। ਜੇ ਸਾਨੂੰ ਫਿਰ ਵੀ ਕੋਈ ਇਹ ਗੱਲ ਕਹੂਗਾ ਵੀ ਇਹ ਗਲਤ ਲਿਖਦੇ ਨੇ, ਇਹ ਫੇਸਬੁੱਕ 'ਤੇ ਗਲਤ ਪਾਉਂਦੇ ਨੇ, ਜਿਵੇਂ ਮੈਂ ਪੱਤਰਕਾਰੀ ਨਾਲ ਸੰਬੰਧਿਤ ਵੀ ਹਾਂ, ਤਾਂ ਜੇ ਕੋਈ ਖਬਰ ਹੁੰਦੀ ਆ, ਸਾਡਾ ਫਰਜ਼ ਆ, ਪਿੰਡ ਵਿੱਚ ਕੋਈ ਗਲਤ ਕੰਮ ਹੁੰਦੀ ਆ ਜਾਂ ਇਲਾਕੇ ਵਿੱਚ ਕੋਈ ਗਲਤ ਕੰਮ ਹੁੰਦਾ, ਅਸੀਂ ਲਿਖਣਾ ਵਾ। ਜੇ ਮੇਰਾ ਉਹ ਲਿਖਣ ਦੇ ਉੱਤੇ ਵੀ ਕਿਸੇ ਨੂੰ ਬੁਰਾ ਲੱਗਦਾ ਵਾ, ਉਹ ਮਾੜੀ ਗੱਲ ਆ, ਕਿਉਂਕਿ ਸੱਚ ਦਿਖਾ ਰਹੇ ਹਾਂ। ਸੱਚ ਹਮੇਸ਼ਾ ਕੱਚ ਵਾਂਗੂ ਚੁੱਭਦਾ ਵਾ, ਜਿਨ੍ਹਾਂ ਦੇ ਚੁੱਭਦਾ ਵਾ ਉਹ ਬਰਦਾਸ਼ਤ ਕਰਨ। ਮੈਂ ਤਾਂ ਇਹ ਚਾਹੁੰਦਾ ਵੀ ਜਿਹੜੇ ਬੰਦੇ ਮੈਨੂੰ ਬੁਰਾ ਭਲਾ ਕਹਿੰਦੇ ਵੀ ਹੋਣ ਤਾਂ ਉਹ ਜ਼ਰੂਰ ਆਪ ਵੀ ਕਦੇ ਲੀਡਰਾਂ ਦੇ ਸਾਹਮਣੇ ਖੜ੍ਹ ਕੇ ਕਦੇ ਹੱਕ ਮੰਗਿਆ ਸਰਾਭਾ ਜੀ ਲਈ। ਅਸੀਂ ਬੋਲੇ ਹਾਂ, ਅਸੀਂ ਐਕਤੀ ਵੀ ਬੋਲੇ ਹਾਂ, ਰਾਜਾ ਵੜਿੰਗ ਜੀ ਨੂੰ ਵੀ ਸਵਾਲ ਕਰੇ ਨੇ। ਅਸੀਂ ਪ੍ਰਕਾਸ਼ ਸਿੰਘ ਬਾਦਲ ਦੇ ਮੂਹਰੇ ਵੀ ਅੱਖਾਂ 'ਚ ਅੱਖਾਂ ਪਾ ਕੇ ਸਵਾਲ ਕਰਦੇ ਸੀ ਵੀ ਕਰਤਾਰ ਸਿੰਘ ਸਰਾਭਾ ਨੂੰ ਕੌਮੀ ਸ਼ਹੀਦ ਦੇ ਦਰਜਾ ਦਿਵਾਉਣ ਲਈ ਤੁਹਾਡਾ ਕੀ ਯਤਨ ਨੇ, ਕਿਉਂਕਿ ਲੀਡਰ ਸਾਨੂੰ ਜਵਾਬ ਦੇਣ ਨੂੰ ਤਿਆਰ ਨੇ ਪਰ ਅਸੀਂ ਸਵਾਲ ਹੀ ਨਹੀਂ ਕਰਦੇ। ਹੁਣ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਦੀ ਜੇ ਗੱਲ ਕਰੀਏ, ਸਰਾਭਾ ਜੀ ਦੇ ਜੱਦੀ ਘਰ ਲਈ ਕੋਈ ਵੀ ਮੰਗ ਪੱਤਰ ਨਹੀਂ ਦਿੱਤਾ ਹੈਗਾ, ਤਾਂ ਕੀ ਹੋਇਆ ਫਾਇਦਾ ਫਿਰ? ਜਿੱਥੇ ਬਾਬਾ ਜੀ ਦਾ ਜਨਮ ਹੋਇਆ ਸੀ ਸਰਾਭਾ ਜੀ ਦਾ, ਜੇ ਉਹਦੇ ਖਾਤਰ ਅਸੀਂ ਇੱਕ ਹਾਂ ਦਾ ਨਾਅਰਾ ਹੀ ਨਹੀਂ ਮਾਰ ਸਕਦੇ, ਜੇ ਅਸੀਂ ਲਿਖ ਕੇ ਪੋਸਟਾਂ ਪਾਉਂਦੇ ਹਾਂ, ਖਬਰਾਂ ਲਾਉਂਦੇ ਹਾਂ, ਤਾਂ ਸਾਨੂੰ ਕਹਿੰਦੇ ਆ ਪਿੰਡ ਦੀ ਬੇਇੱਜ਼ਤੀ ਕਰਦੇ ਆ। ਇਹ ਬੇਇੱਜ਼ਤੀ ਨਹੀਂ ਹੁੰਦੀ, ਇਹ ਆਪਣੇ ਸ਼ਹੀਦਾਂ ਨੂੰ ਸਤਿਕਾਰ ਦਾ ਨਾਅਰਾ ਵਾ, ਇਹਨੂੰ ਬੇਇੱਜ਼ਤੀ ਨਹੀਂ ਕਿਹਾ ਜਾ ਸਕਦਾ। ਜੇ ਕੋਈ ਬੰਦਾ ਬਾਬਾ ਸਰਾਭਾ ਜੀ ਦੇ ਨਾਂ 'ਤੇ ਗੰਦੀ ਰਾਜਨੀਤੀ ਕਰਦਾ ਵਾ ਜਾਂ ਉਹਨਾਂ ਦੇ ਨਾਂ ਦੇ ਉੱਤੇ ਕੋਈ ਗਲਤ ਕੰਮ ਕਰਦਾ ਵਾ, ਅਸੀਂ ਉਹ ਲਿਖ ਕੇ ਸਾਹਮਣੇ ਲਿਆਵਾਂਗੇ। ਉਹ ਪਿੰਡ ਦੀ ਬੇਇੱਜ਼ਤੀ ਨਹੀਂ ਹੈਗੀ। ਉਹ ਜਿਹੜਾ ਘਟੀਆ ਸੋਚ ਰੱਖਣ ਵਾਲਾ ਬੰਦਾ, ਉਹਨੂੰ ਜੱਗ ਦੇ ਸਾਹਮਣੇ ਉਜਾਗਰ ਕਰ ਰਹੇ ਆ ਵੀ ਇਹ ਸਰਾਭਾ ਜੀ ਦੀ ਸੋਚ 'ਤੇ ਪਹਿਰਾ ਨਹੀਂ ਹੈਗਾ। ਜਿਵੇਂ ਹੁਣ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ ਦੇ ਉੱਤੇ ਟੂਰਨਾਮੈਂਟ ਹੋਇਆ, ਵਧੀਆ ਹੋਇਆ ਵਾ, ਬੜੀਆਂ ਦੂਰ ਦਰਾਡੇ ਤੋਂ ਟੀਮਾਂ ਆਈਆਂ ਨੇ ਇੱਥੇ, ਅਤੇ ਉਹਦੇ ਵਿੱਚ ਸਰਾਭਾ ਜੀ ਦੀ ਜਿਹੜੀ ਇੱਥੇ ਕਲੱਬ ਬਣੀ ਆ, ਉਹਦੇ ਵਿੱਚ ਜੇ ਕੋਈ ਸਾਥੀ ਆਪਦੇ ਨਾਂ ਮਗਰ ਗੋਤ ਲਾਉਂਦਾ ਵਾ, ਉਹ ਸਰਾਭਾ ਜੀ ਦੀ ਸੋਚ ਨਹੀਂ ਹੈਗੀ, ਕਿਉਂਕਿ ਸਰਾਭਾ ਜੀ ਨੇ ਆਪਣਾ ਨਾਂ ਦੇ ਮਗਰ ਕਦੇ ਵੀ ਆਪਣਾ ਗੋਤ ਨਹੀਂ ਲਾਇਆ। ਤਾਂ ਸਰਾਭਾ ਜੀ ਨੇ ਇਹ ਗੱਲ ਆਖੀ ਸੀ, ਅਗਰ ਜੇ ਕਿਸੇ ਨੇ ਮੈਨੂੰ ਪੁਕਾਰਨਾ ਹੋਵੇ ਨਾ ਤਾਂ ਉਹ ਮੈਨੂੰ ਬਾਗੀ ਕਹਿ ਲਿਆ ਕਰੋ।
ਤੁਸੀਂ ਕਦੇ ਵੀ ਨਹੀਂ ਉਹਨਾਂ ਦੇ ਨਾਂ ਦੇ ਮਗਰ ਗੋਤ ਲੱਗਿਆ ਨਹੀਂ ਦੇਖਿਆ ਹੋਊਗਾ। ਪਰ ਜਿਹੜੇ ਸਾਥੀ ਗੋਤ ਲਾ ਕੇ ਇਹ ਅਹਿਸਾਸ ਕਰਾਉਂਦੇ ਵੀ ਮੈਂ ਫਲਾਨਾ, ਉਹ ਬਾਬਾ ਸਰਾਭਾ ਜੀ ਦੀ ਸੋਚ ਨਹੀਂ ਹੈਗੀ। ਕਿਉਂਕਿ ਤੁਸੀਂ ਗੋਤ ਲਾਉਣਾ, ਤੁਸੀਂ ਆਪਦੇ ਨਿੱਜੀ ਕੰਮ ਲਈ ਦੁਕਾਨ 'ਤੇ ਵਰਤੋ, ਆਪਦੇ ਦਫ਼ਤਰ ਲਈ ਵਰਤੋ, ਉੱਥੇ ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜੇ ਤੁਸੀਂ ਸਰਾਭਾ ਜੀ ਦੇ ਨਾਂ ਦੇ ਉੱਤੇ ਪਿੰਡ ਵਿੱਚੋਂ ਗਰਾਹੀ ਕਰਕੇ, ਪਿੰਡ ਦੇ ਵਿੱਚੋਂ NRI ਭਰਾਵਾਂ ਤੋਂ ਫੰਡ ਲੈ ਕੇ ਆਪਣੇ ਨਾਂ 'ਚ ਮਕਾਉਂਦੇ ਹੋ ਨਾ, ਆਪਣੇ ਨਾਂ ਮਗਰ ਆਪਦਾ ਨਾਂ ਗਰੇਵਾਲ ਲਾਉਂਦੇ ਹੋ, ਤਾਂ ਇਹ ਸਰਾਭਾ ਜੀ ਦੀ ਸੋਚ ਦੇ ਕੋਹਾਂ ਦੂਰ ਆ। ਇਹ ਸਰਾਭਾ ਜੀ ਦੀ ਸੋਚ 'ਤੇ ਸੱਚੀ ਸ਼ਰਧਾਂਜਲੀ ਨਹੀਂ। ਇਹ ਤੁਸੀਂ ਜਿਹੜੇ ਸਾਡੇ ਸਮਾਜ ਦੇ ਲੋਕ ਨੇ, ਜਿਹੜੇ ਸਾਡੇ ਰਵਿਦਾਸੀਆ ਭਾਈਚਾਰਾ, ਮਜ਼੍ਹਬੀ ਭਾਈਚਾਰਾ ਵਾ, ਸਾਡੇ ਹੋਰ ਬਾਲਮੀਕੀਆ ਭਾਈਚਾਰਾ ਵਾ, ਸਾਡੇ ਚਾਹੇ ਹੋਰ ਸਮਾਜ ਜਿਹੜਾ ਵੀ ਆ, ਉਹਨਾਂ ਨੂੰ ਤੁਸੀਂ ਇਹ ਕਰਕੇ ਨਾ ਦਿਖਾਓ ਵੀ ਮੈਂ ਫਲਾਨਾ ਸਿੰਘ ਗਰੇਵਾਲ, ਮੈਂ ਧੈਮਕੜਾ ਸਿੰਘ ਗਰੇਵਾਲ ਗੁਰੇਵਾਲ ਕੋਈ ਵੱਡਾ ਨਹੀਂ ਹੈਗਾ। ਸਰਾਭੇ ਦੀ ਸੋਚ 'ਤੇ ਪਹਿਰਾ ਦਿਓ, ਉਹ ਵੱਡਾ ਵਾ। ਸਰਾਭਾ ਜੀ ਕਰਤਾਰ ਸਿੰਘ ਸਰਾਭਾ ਜੀ ਨੇ ਉਹ ਕੰਮ ਕੀਤੇ ਨੇ ਜਿਹੜੇ ਅਸੀਂ ਤਾਂ ਸੋਚ ਵੀ ਨਹੀਂ ਸਕਦੇ ਹੈਗੇ। ਭਾਰਤ ਦੇ ਪਹਿਲੇ ਸਿੱਖ ਪਾਇਲਟ ਸਰਾਭਾ ਜੀ, ਪੰਜਾਬੀ ਦਾ ਪਹਿਲਾ ਅਖਬਾਰ ਕੱਢਣ ਵਾਲੇ ਸਰਾਭਾ ਜੀ, ਅਗਰ ਜਿਸ ਪੱਤਰਕਾਰੀ ਦੀ ਲਾਈਨ ਵਿੱਚ ਮੰਨੀਏ ਤਾਂ ਪਹਿਲੇ ਸ਼ਹੀਦ ਸਰਾਭਾ ਜੀ। ਤਾਂ ਸਰਾਭਾ ਜੀ ਇਹ ਆਪਣਾ ਏਅਰਪੋਰਟ ਦਾ ਆਪਣੇ ਪਾਇਲਟ ਦਾ ਟ੍ਰੇਨਿੰਗ ਲਈ, ਰਿਪੇਅਰ ਕਰਨ ਦੀ ਟ੍ਰੇਨਿੰਗ ਲਈ ਸਰਾਭਾ ਜੀ ਨੇ ਉਹ ਕੰਮ ਕਰਤੇ ਜਿਹੜੇ ਅਸੀਂ ਨਹੀਂ ਕਰ ਸਕਦੇ ਹੈਗੇ। ਅਸੀਂ ਉਹਨਾਂ ਦੀ ਸੋਚ 'ਤੇ ਪਹਿਰਾ ਦਈਏ। ਹਾਂਜੀ, ਤੁਸੀਂ ਭੁੱਖ ਹੜਤਾਲ 'ਤੇ ਬੈਠੇ, ਤੁਸੀਂ ਮਰਨ ਵਰਤ ਕੀਤਾ ਦਿੱਲੀ ਦੇ ਵਿੱਚ ਜਾ ਕੇ, ਤੁਸੀਂ DC ਦਫ਼ਤਰ ਮੂਹਰੇ ਵੀ ਬੈਠੇ, ਕੀ ਅਸਰ ਹੋਇਆ ਕੋਈ ਸਰਕਾਰਾਂ ਉੱਪਰ? ਦੇਖੋ ਜੀ, ਸਾਡਾ ਕੰਮ ਹਾ ਦਾ ਨਾਅਰਾ ਮਾਰਨਾ, ਸਾਡਾ ਕੰਮ ਆ ਮੰਗ ਕਰਨੀ। ਜਦੋਂ 23 ਮਾਰਚ 2019 ਨੂੰ ਦਿੱਲੀ ਆਪਣੇ ਸ਼ਹੀਦ ਭਗਤ ਸਿੰਘ ਜੀ ਦੇ ਇੱਕ ਯਾਦਗਾਰ ਬਣੀ ਹੋਈ ਸੀਗੀ, ਉੱਥੇ ਸਾਡੇ ਸਾਥੀ ਸੀਗੇ ਤਰਸੇਮ ਲਾਲ ਸ਼ਰਮਾ ਜੀ, ਪਰਸਰਾਮ ਕਲਿਆਣ ਜੀ, ਉਹਨਾਂ ਨੇ ਮਰਨ ਵਰਤ 'ਤੇ ਬੈਠਣਾ ਸੀ। ਮੈਂ ਤਾਂ ਸਿਰਫ ਇੱਕ ਦਿਨ ਦੀ ਸਮਰਥਨ 'ਤੇ ਗਿਆ ਸੀ, ਪਰ ਜਦੋਂ ਮੈਂ ਉਹਨਾਂ ਦੇ ਕੋਲੇ ਜਾ ਕੇ ਬੈਠਾ ਫਿਰ ਮੇਰਾ ਦਿਲ ਨਹੀਂ ਕਰਿਆ ਹੈਗਾ ਕਿ ਮੈਂ ਉਹਨਾਂ ਨੂੰ ਵਿਚਾਲੇ ਛੱਡ ਕੇ ਤੁਰਿਆ ਵਾਂ। ਉੱਥੇ 13 ਦਿਨ ਮਰਨ ਵਰਤ 'ਤੇ ਬੈਠੇ। ਸਾਡੀ ਮੰਗ ਇਹੀ ਸੀਗੀ, ਉਹ ਸਿਰਫ ਇਕੱਲਾ ਕਰਤਾਰ ਸਿੰਘ ਸਰਾਭਾ ਜੀ ਲਈ ਨਹੀਂ, ਸਾਰੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਵੀ ਦੇਸ਼ ਲਈ ਫਾਂਸੀਆਂ 'ਤੇ ਚੜ੍ਹੇ ਨੇ, ਉਹਨਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਲਈ ਅਸੀਂ 13 ਦਿਨ ਬੈਠੇ ਰਹੇ ਹਾਂ। ਉਸ ਤੋਂ ਬਾਅਦ ਸਾਨੂੰ ਲੀਡਰ ਆਉਂਦੇ ਨੇ, ਵਿਸ਼ਵਾਸ ਦਿਵਾਉਂਦੇ ਨੇ, ਜਿਹਦੇ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ, ਸੁਖਦੇਵ ਸਿੰਘ ਢੀਂਡਸਾ ਮੌਕੇ 'ਤੇ ਪਹੁੰਚੇ ਸੀਗੇ, ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਸੀਗਾ ਕਿ ਅਸੀਂ 6 ਮਹੀਨਿਆਂ ਦੇ ਵਿੱਚ ਲੋਕ ਸਭਾ ਦੇ ਵਿੱਚ ਆਵਾਜ਼ ਉਠਾਵਾਂਗੇ, ਤੁਹਾਡੀ ਜਿਹੜੀ ਮੰਗ ਆ ਇਹਨੂੰ ਪੂਰੀ ਕਰਨ ਲਈ ਯਤਨ ਕਰਾਂਗੇ, ਪਰ ਨਹੀਂ ਕੀਤਾ। ਪਰ ਅਸੀਂ ਲੜਾਈ ਲੜਦੇ ਹਾਂ। ਜਿਵੇਂ ਹੁਣ ਏਅਰਪੋਰਟ ਹਲਵਾਰੇ ਲਈ ਵੀ DC ਲੁਧਿਆਣੇ ਦਫ਼ਤਰ ਦੇ ਧਰਨਾ ਵੀ ਦਿੱਤਾ, ਸਰਾਭਾ ਜੀ ਦੇ ਜੱਦੀ ਘਰ ਲਈ ਵੀ ਅਸੀਂ ਧਰਨਾ ਦਿੱਤਾ। ਕੋਈ ਹੁੰਦਾ ਹੀ ਨਹੀਂ ਹੈਗੀ ਗੱਲ। ਜਿਹੜਾ ਸਰਾਭਾ ਜੀ ਦਾ ਜੱਦੀ ਘਰ ਆ, ਪੁਰਾਤੱਤਵ ਵਿਭਾਗ ਚੰਡੀਗੜ੍ਹ ਦਾ ਵਾ ਜਿਹੜਾ, ਉਹਨਾਂ ਕੋਲੇ ਆ, ਉਹ ਜਿਹੜੇ ਉੱਥੋਂ ਦੇ ਹੈਗੇ ਨੇ ਮਹਿਕਮੇ ਨਾਲ ਸੰਬੰਧਿਤ, ਜਿਨ੍ਹਾਂ ਦੇ ਅੰਦਰ ਦੇ ਵਿੱਚ ਇਹ ਘਰ ਆ, ਅਮਰੀਕ ਸਿੰਘ, ਉਹ ਇੱਥੇ ਆਉਣਾ ਹੀ ਮੁਨਾਸਬ ਨਹੀਂ ਸਮਝਦਾ ਹੈਗਾ। ਅਤੇ ਸਰਾਭਾ ਜੀ ਦੇ ਘਰ ਵੱਲ ਇੱਕ ਮੁਲਾਜ਼ਮ ਆ, ਉਹ ਵਿਚਾਰਾ ਆਪਣੀ ਜਿੰਨੇ ਜੋਗਾ ਹੈਗਾ ਸੇਵਾ ਕਰਦਾ ਵਾ, ਉਹ ਸਫਾਈ ਰੱਖਦਾ ਵਾ ਘਰ ਦੇ ਵਿੱਚ। ਅਤੇ ਪਰ ਜਿਹੜਾ ਸਰਾਭਾ ਜੀ ਦੇ ਜੱਦੀ ਘਰ ਦੇ ਵਿੱਚ ਕਲੇਪੜ ਲਹਿੰਦੇ ਨੇ, ਕੰਧਾਂ 'ਤੇ ਤਰੇੜਾਂ ਨੇ, ਮੀਂਹ ਪੈਣ ਦੇ ਨਾਲ ਸਲਾਬ ਹੋ ਜਾਂਦੀ ਆ ਜਾਂ ਰੰਗ ਰੋਗਨ ਲੈ ਚੁੱਕਿਆ, ਉਹਦੇ ਬਾਰੇ ਕੋਈ ਸੰਭਾਲ ਨਹੀਂ ਹੈਗੀ। ਜ਼ਰੂਰ ਅਸੀਂ ਸੰਘਰਸ਼ ਕਰਦੇ ਹਾਂ, ਜਿਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਇਕੱਲਾ ਲੜਦਾ। ਮੇਰੇ ਪਿੰਡ ਦੇ ਜਿਹੜੇ ਨੌਜਵਾਨ ਨੇ, ਮੇਰੇ ਪਿੰਡ ਦੀਆਂ ਬੀਬੀਆਂ ਦਾ ਵੀ ਬਹੁਤ ਸਾਥ ਆ, ਜਿਹੜੀਆਂ ਫੋਨ ਕਰਕੇ ਹੌਸਲਾ ਵਧਾਉਂਦੀਆਂ ਨੇ, ਤਾਂ ਬਾਕੀ ਮੇਰੇ ਇਲਾਕੇ ਦੀਆਂ ਜਥੇਬੰਦੀਆਂ ਨੇ ਤਾਂ ਉਹ ਵੀ ਸਾਥ ਦਿੰਦੀਆਂ ਨੇ। ਤਾਂ ਉਹਦੇ ਵਿੱਚ ਅਸੀਂ ਸਰਕਾਰਾਂ ਨੂੰ ਜ਼ਰੂਰ ਇਹ ਮੰਗ ਕਰਦੇ ਹਾਂ ਕਿ ਜਿਹੜੀਆਂ ਸਾਡੇ ਸਰਾਭਾ ਜੀ ਦੀਆਂ ਮੰਗਾਂ ਨੇ ਉਹਨਾਂ ਵਿੱਚ ਗੌਰ ਕੀਤਾ ਜਾਵੇ। ਜਿਵੇਂ ਏਅਰਪੋਰਟ ਹਲਵਾਰਾ ਦੀ ਮੰਗ ਸਾਡੀ ਵੱਡੀ ਆ, ਉਹਦੇ ਬਾਰੇ, ਅਤੇ ਬਾਕੀ ਜਿੰਨੇ ਵੀ ਦੇਸ਼ ਲਈ ਸ਼ਹੀਦ ਹੋਏ ਨੇ ਉਹਨਾਂ ਨੂੰ ਬਣਦਾ ਸਤਿਕਾਰ, ਕੌਮੀ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਵਾ। ਸਾਡਾ ਕੰਮ ਆ ਸੰਘਰਸ਼ ਕਰਨਾ। ਫਿਰ ਕੀ ਹੋਇਆ ਜੇ ਮਰਨ ਵਰਤ 'ਤੇ ਬਹਿ ਕੇ ਮਰ ਵੀ ਜਾਵਾਂਗੇ, ਕੀ ਹੋ ਜਾਊਗਾ ਪਤਾ ਨਹੀਂ, ਕਦੋਂ ਰੋਡ 'ਤੇ ਜਾਂਦੇ ਨੂੰ ਕੀ ਹੋ ਜਾਣਾ, ਕਿਹਨੇ ਕਿੱਥੇ ਮੌਤ ਹੋ ਜਾਣੀ ਆ, ਉਦੋਂ ਕਿਸੇ ਨੇ ਨਹੀਂ ਪੁੱਛਣਾ। ਜੇ ਅਸੀਂ ਆਪਦੇ ਬਾਬੇ ਲਈ ਸੰਘਰਸ਼ ਕਰਾਂਗੇ ਜਾਂ ਉਹਨਾਂ ਲਈ ਕੋਈ ਸਾਡਾ ਮਾੜਾ ਮੋਟਾ ਵੀ ਯੋਗਦਾਨ ਹੋਊਗਾ, ਤਾਂ ਜ਼ਰੂਰ ਕੋਈ ਬੰਦਾ ਯਾਦ ਤਾਂ ਕਰੂ ਵੀ ਯਾਰ ਫਲਾਨਾ ਬੰਦਾ ਹੁੰਦਾ ਸੀਗਾ। ਅਤੇ ਜੇ ਅਸੀਂ ਨਹੀਂ ਬਾਬਾ ਜੀ ਲਈ ਹਾ ਦਾ ਨਾਅਰਾ ਮਾਰਦੇ, ਅਸੀਂ ਊਧਮ ਸਿੰਘ ਜੀ ਲਈ, ਭਗਤ ਸਿੰਘ ਜੀ ਲਈ ਨਹੀਂ ਹਾ ਦਾ ਨਾਅਰਾ ਮਾਰਦੇ, ਤਾਂ ਸਾਡੇ ਲਈ ਲਾਹਣਤ ਆ। ਕਿਉਂਕਿ ਸਾਡੇ ਲਈ ਜਾਨਾਂ ਨਿਛਾਵਰ ਕੀਤੀਆਂ ਉਹਨਾਂ ਬਾਬਿਆਂ ਨੇ। 21 ਸਾਲਾਂ ਦੇ ਬਾਅਦ ਜਾ ਕੇ ਜਲ੍ਹਿਆਂਵਾਲੇ ਬਾਗ ਦੇ ਦੋਸ਼ੀ ਨੂੰ ਮਾਰਿਆ। ਅਤੇ ਜੇ ਸਾਡਾ ਸਰਾਭਾ ਜੀ ਦੀ ਗੱਲ ਕਰੀਏ ਤਾਂ ਸਰਾਭਾ ਜੀ ਨੇ ਸਿਰਫ 19.5 ਸਾਲਾਂ ਦੀ ਉਮਰ ਵਿੱਚ ਆਪਣੀ ਜਾਨ ਦੇਸ਼ ਤੋਂ ਨਿਛਾਵਰ ਕਰਤੀ ਸੀ। ਭਗਤ ਸਿੰਘ ਜੀ ਨੇ ਸਿਰਫ 23 ਸਾਲਾਂ ਦੀ। ਅਸੀਂ ਤਾਂ ਯਾਰ 23 ਤੋਂ ਵੀ ਗਾਹਾਂ ਜਾ ਕੇ ਹੁਣ 40-42 ਦੇ ਹੋਏ ਆ। ਅਸੀਂ ਤਾਂ ਉਹਨਾਂ ਤੋਂ ਵੱਧ ਜ਼ਿੰਦਗੀ ਬਤੀਤ ਕਰ ਲਈ। ਜੇ ਅਸੀਂ ਹੁਣ ਵੀ ਨਹੀਂ ਹਾ ਦਾ ਨਾਅਰਾ ਮਾਰ ਸਕਦੇ, ਜੇ ਹੁਣ ਵੀ ਅਸੀਂ ਸਿਰਫ ਗੱਲਾਂ ਹੀ ਕਰਨੀਆਂ ਨੇ, ਫਿਰ ਤਾਂ ਸਰਾਭਾ ਜੀ ਨੇ ਫਾਂਸੀ ਚੜ੍ਹਨ ਤੋਂ ਪਹਿਲਾਂ ਆਖਿਆ ਸੀਗਾ, ਉਹਨਾਂ ਨੇ ਕਿਹਾ ਸੀ, ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਖੱਲੀਆਂ ਨੇ,
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਮੁਸੀਬਤਾਂ ਤਾਂ ਆਉਣਗੀਆਂ, ਹਲੇ ਤਾਂ ਮੁਸੀਬਤਾਂ ਸੈਂਕੜੇ ਹੋਈਆਂ ਨੇ, ਹਲੇ ਹਜ਼ਾਰ ਹੋਣੀਆਂ ਬਾਕੀ ਨੇ। ਸਾਡੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ ਤਾਂ ਲੱਖਾਂ ਮੁਸੀਬਤਾਂ ਕਿਹਾ ਸੀ। ਇਹ ਮੁਸੀਬਤਾਂ ਆਉਣਗੀਆਂ, ਤੁਸੀਂ ਮੁਸੀਬਤਾਂ ਵੱਲ ਨਾ ਦੇਖੋ। ਲੋਕ ਤੁਹਾਨੂੰ ਕੀ ਕਹਿੰਦੇ ਆ, ਕੀ ਕਹਿਣਗੇ, ਇਹਦੇ ਬਾਰੇ ਨਾ ਬਾਹਲੀ ਗੌਰ ਕਰੋ ਕਿ ਜਿਹੜੇ ਲੋਕ ਤੁਹਾਨੂੰ ਮਾੜਾ ਕਹਿੰਦੇ ਨੇ ਨਾ, ਉਹ ਸਰਾਭੇ ਦੇ ਵਾਰਸ ਨਹੀਂ ਹੈਗੇ, ਉਹ ਅਕਾਲੀ ਕਾਂਗਰਸ ਦੇ ਵਾਰਸ ਹੋ ਸਕਦੇ ਆ, ਉਹ ਲੀਡਰਾਂ ਦੀ ਚਮਚਾਗਿਰੀ ਕਰ ਸਕਦੇ ਨੇ। ਅਸੀਂ ਜੇ ਕੂਕਰ ਆ ਨਾ, ਸਰਾਭਾ ਜੀ ਦੇ ਆ, ਅਸੀਂ ਕੂਕਰ ਆ, ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਕੂਕਰ ਆ। ਅਸੀਂ ਉਹਨਾਂ ਦੇ ਦਰਸਾਏ ਰਾਸਤਿਆਂ 'ਤੇ ਉਹਨਾਂ ਦੀਆਂ ਜੀਵਨੀਆਂ ਪੜ੍ਹੀਆਂ ਨੇ। ਤੁਸੀਂ ਬਾਬਾ ਸਾਹਿਬ ਦਾ ਕਿੱਡੀ ਦੇਣ ਆ ਸਾਡੇ ਸਮਾਜ ਨੂੰ ਕਿ ਉਹਨਾਂ ਨੇ ਸਾਡੇ ਲਈ ਸੰਵਿਧਾਨ ਲਿਖਿਆ, ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿਵਾਇਆ, ਅਤੇ ਅਸੀਂ ਚੋਣ ਲੜਨ ਦਾ ਅਧਿਕਾਰ ਸਾਨੂੰ ਉਹਨਾਂ ਨੇ ਦਿਵਾਇਆ। ਅਤੇ ਅਸੀਂ ਉਹਨਾਂ ਦੀਆਂ ਜੀਵਨੀਆਂ ਪੜ੍ਹ ਕੇ ਜੇ ਅਸੀਂ ਆਪਣੇ ਸਮਾਜ ਲਈ, ਆਪਣੇ ਲੋਕਾਂ ਲਈ, ਆਪਣੇ ਕਿਸਾਨਾਂ ਮਜ਼ਦੂਰਾਂ ਲਈ, ਨੌਜਵਾਨਾਂ ਲਈ ਅਸੀਂ ਹਾਂ ਦਾ ਨਾਅਰਾ ਵੀ ਨਹੀਂ ਮਾਰਦੇ, ਲੜ ਵੀ ਨਹੀਂ ਸਕਦੇ, ਫਿਰ ਸਾਨੂੰ ਕਿਹੜਾ ਕਹੂਗਾ ਯਾਰ ਅਸੀਂ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੈਗੇ ਆ ਵਾਰਸ, ਕਿ ਜਿਨ੍ਹਾਂ ਨੇ ਸਾਡੇ ਲਈ ਆਪਣੇ ਨਿੱਕੇ ਨਿੱਕੇ ਸਾਹਿਬਜ਼ਾਦੇ ਨੀਹਾਂ 'ਚ ਚੜਵਾਰੇ, ਜਿਨ੍ਹਾਂ ਨੇ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਅੱਖਾਂ ਦੇ ਸਾਹਮਣੇ ਆਪਣੇ ਜਿਹੜੇ ਸਾਹਿਬਜ਼ਾਦੇ ਸ਼ਹੀਦ ਕਰਾ ਲਏ। ਅਤੇ ਅਸੀਂ ਸਿਰਫ ਬਸ ਮਾੜੀਆਂ ਗੱਲਾਂ ਕਰਕੇ ਨਾ ਲੋਕਾਂ ਨੂੰ ਇੱਦਾਂ ਕਹੀ ਨਾ ਫਲਾਨਾ ਐਂ ਕਰਦਾ, ਇੱਦਾਂ ਨਹੀਂ ਹੋਣਾ ਚਾਹੀਦਾ। ਹਾਂਜੀ ਦੇਵ ਜੀ, ਤੁਹਾਨੂੰ ਇੱਕ ਵੱਡਾ ਸਵਾਲ ਆ। ਬਹੁਜਨ ਸਮਾਜ ਪਾਰਟੀ ਵੱਲੋਂ ਤੁਹਾਨੂੰ ਟਿਕਟ ਨਹੀਂ ਦਿੱਤੀ ਗਈ। ਜ਼ਿਲ੍ਹਾ ਪ੍ਰਧਾਨ ਪਰਗਣ ਬਿਲਗਾ ਜਸਵੀਰ ਗੜੀ ਦੀ ਵੱਡੀਆਂ ਪਾਰਟੀਆਂ ਦੇ ਨਾਲ ਕੀ ਮੀਟਿੰਗ ਹੋਈ, ਕਿਹਨੇ ਵੇਚਿਆ, ਕਿਹਨੇ ਖਰੀਦਿਆ, ਤੁਸੀਂ ਨਹੀਂ ਵਿਕੇ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਜਿਵੇਂ ਜਸਵੀਰ ਗੜੀ ਦੇ ਉੱਤੇ ਦੋਸ਼ ਲੱਗੇ ਨੇ, ਉਹਦੇ ਬਾਰੇ ਤਾਂ ਜਾਂ ਤਾਂ ਜਸਵੀਰ ਗੜੀ ਖੁਦ ਦੱਸ ਸਕਦੇ ਨੇ, ਜਾਂ ਪਰਗਣ ਬਿਲਗਾ ਵਾ ਜਿਹੜਾ, ਉਹਨੂੰ ਖੁੱਲ੍ਹ ਕੇ ਚੈਨਲਾਂ ਦੇ ਮੂਹਰੇ ਆ ਕੇ ਗੱਲ ਦੱਸਣੀ ਚਾਹੀਦੀ ਆ, ਜੇ ਉਹ ਸੱਚੇ ਇਨਸਾਨ ਬਣਨਾ ਚਾਹੁੰਦੇ ਨੇ ਆਪਣੇ ਆਪ ਨੂੰ। ਵੀ ਜੇ ਉਹ ਕਹਿੰਦੇ ਆ ਵੀ ਮੇਰਾ ਕੋਈ ਕਸੂਰ ਹੀ ਨਹੀਂ, ਮੈਂ ਤਾਂ ਕਸੂਰ ਪਹਿਲਾਂ ਦੱਸਤਾ ਵੀ ਇਹਨਾਂ ਦਾ ਹੀ ਕਸੂਰ ਆ ਸਾਰਾ। ਜਦੋਂ ਤੁਸੀਂ ਵੱਡਾ ਕਸੂਰ ਤਾਂ ਇਹਨਾਂ ਦਾ ਇਹੀ ਆ ਨਾ ਵੀ ਤੁਸੀਂ ਚੋਣਾਂ 'ਚ ਖੜਾਉਣੇ ਵੀ ਹੋ ਤਾਂ ਆਪਣਾ ਨਿਸ਼ਾਨ ਵੀ ਨਹੀਂ ਦਿੰਦੇ। ਅਤੇ ਉਸ ਤੋਂ ਬਾਅਦ ਇਹਨਾਂ ਦੀ ਕੀ ਦੂਜੀਆਂ ਪਾਰਟੀਆਂ ਨਾਲ ਖਿਚੜੀ ਪੱਕਦੀ ਆ, ਇਹਦੇ ਬਾਰੇ ਵੀ ਜਸਵੀਰ ਗੜੀ ਜੀ ਦੱਸ ਸਕਦੇ ਨੇ, ਪਰਗਣ ਬਿਲਗਾ ਦੱਸ ਸਕਦੇ ਨੇ, ਜੀ ਕੇ ਗਰਮੇਲ ਦੱਸ ਸਕਦਾ ਵਾ। ਇਹ ਜਿਹੜੇ ਲੋਕ ਨੇ, ਤੁਹਾਨੂੰ ਮਿਲਦਾ ਆਖਰ ਕੀ ਆ ਵੀ ਤੁਸੀਂ ਆਪਣੇ ਸਮਾਜ ਨੂੰ ਕਿਉਂ ਇੱਦਾਂ ਮਾੜਾ ਕਰਦੇ ਹੋ, ਕਿਉਂ ਤੁਸੀਂ ਇੱਦਾਂ ਦੀਆਂ ਹਰਕਤਾਂ ਕਰਦੇ ਹੋ ਕਿ ਨਿਰਾਸ਼ਾ ਝੱਲਣੀ ਪੈਂਦੀ ਆ। ਜੇ ਮੇਰੇ ਵਰਗਾ ਕੋਈ ਲੰਮੇ ਸੰਘਰਸ਼ ਦੇ ਵਿੱਚੋਂ ਨਿਕਲ ਕੇ ਤੁਹਾਡੇ ਬਹੁਜਨ ਸਮਾਜ ਪਾਰਟੀ ਦੇ ਵਿੱਚ ਆਉਂਦਾ, ਬਾਬਾ ਸਾਹਿਬ ਦਾ ਜੀਵਨ ਪੜ੍ਹ ਕੇ ਤੁਹਾਡੇ ਵਿੱਚ ਆਉਂਦਾ ਵਾ, ਕਾਂਸੀ ਰਾਮ ਜੀ ਦੀਆਂ ਆਡੀਓ ਵੀਡੀਓ ਸੁਣ ਕੇ ਤੁਹਾਡੇ ਵਿੱਚ ਆਉਂਦਾ, ਤੁਸੀਂ ਯਾਰ ਇੱਦਾਂ ਦੇ ਵਿਸ਼ਵਾਸਘਾਤ ਲੋਕ ਹੋ। ਤੁਸੀਂ ਇੱਦਾਂ ਵੇਚ ਦਿੰਦੇ ਹੋ ਕਿਸੇ ਨੂੰ ਕਿ ਉਹਨਾਂ ਨੂੰ ਚੋਣ ਵਿੱਚ ਖੜ੍ਹਾ ਕੇ ਤੁਸੀਂ ਉਹਨਾਂ ਨੂੰ ਚੋਣ ਨਿਸ਼ਾਨ ਵੀ ਨਹੀਂ ਦਿੰਦੇ, ਉਦੋਂ ਬਾਅਦ ਦੇ ਵਿੱਚ ਤੁਸੀਂ ਆਜ਼ਾਦ ਵੀ ਖੜ੍ਹਾ ਦਿੰਦੇ ਹੋ, ਉਦੋਂ ਬਾਅਦ ਵਿੱਚ ਤੁਸੀਂ ਸਾਥ ਵੀ ਨਹੀਂ ਦਿੰਦੇ ਹੈਗੇ, ਤਾਂ ਇਹ ਤੁਹਾਡੇ ਲਈ ਵਧੀਆ ਗੱਲ ਨਹੀਂ ਹੈਗੀ। ਤੁਸੀਂ ਸਮਾਜ ਨਾ ਵੇਚੋ, ਕਿਉਂਕਿ ਸਾਡੇ ਜਿਹੜੇ ਸਮਾਜ ਦੇ ਲੋਕ ਨੇ ਉਹ ਬੜੇ ਵਿਚਾਰੇ ਮਿਹਨਤ ਮਜ਼ਦੂਰੀ ਕਰਕੇ ਤੁਹਾਨੂੰ ਫੰਡ ਭੇਜਦੇ ਨੇ। NRI ਭਰਾ ਤੁਹਾਨੂੰ ਉੱਧਰੋਂ ਆਪਣੇ ਸਮਾਜ ਨੂੰ ਉੱਚਾ ਚੁੱਕਣ ਲਈ ਸਹਿਯੋਗ ਭੇਜਦੇ ਨੇ, ਉਹਨਾਂ ਨੂੰ ਬਹੁਤ ਵੱਡੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ, ਅਤੇ ਇਹ ਬਹੁਤ ਮਾੜੀ ਗੱਲ ਆ। ਪਰ ਜਿਹੜਾ ਤੁਸੀਂ ਮੇਰੇ ਨਾਲ ਕੀਤਾ ਨਾ, ਮੈਨੂੰ ਲੱਗਦਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਇਹ ਗੱਲ ਨਹੀਂ ਭੁੱਲਣੀ ਹੈਗੀ। ਇੱਕ ਵੱਡੀ ਗੱਲ ਸੀ ਵੀ ਮੈਂ ਪਹਿਲੀ ਵਾਰੀ MLA ਦੀ ਚੋਣ ਲੜੀ, ਅਤੇ ਤੁਸੀਂ ਮੈਨੂੰ ਚੋਣ ਸਾਮ ਨਹੀਂ ਦਿੱਤਾ ਹੈਗਾ, ਅਤੇ ਤੁਸੀਂ ਸਾਥ ਵੀ ਨਹੀਂ ਦਿੱਤਾ ਹੈਗਾ, ਅਤੇ ਲੋਕਾਂ ਨੇ ਮੈਨੂੰ ਕਿੰਨੇ ਮਾੜੇ ਲਫ਼ਜ਼ ਵੀ ਵਰਤੇ। ਪਰ ਅੱਜ ਦੀ ਖੁਸ਼ੀ ਆ, ਅੱਜ ਮੈਨੂੰ ਜਿਹੜੇ ਲੋਕ ਮਾੜਾ ਕਹਿੰਦੇ ਸੀ, ਅੱਜ ਮੈਨੂੰ ਉਹ ਬੜਾ ਸਤਿਕਾਰ ਦਿੰਦੇ ਨੇ, ਪਿਆਰ ਕਰਦੇ ਨੇ, ਬੁਲਾਉਂਦੇ ਨੇ, ਅਤੇ ਅੱਜ ਮੈਨੂੰ ਫਿਰ ਉਹ ਟੀਚਰ ਕਰਦੇ ਨੇ ਵੀ ਦੇਵ ਸਿੰਘ ਐਕਤੀ ਜ਼ਰੂਰ ਖੜ ਯਾਰ, ਅੱਗੇ ਤੇਰੇ ਨਾਲ ਮਾੜੀ ਹੋ ਗਈ। ਤਾਂ ਇੱਦਾਂ ਜਾਣਦੀ ਮੈਨੂੰ ਇਸ ਚੀਜ਼ ਦੀ। ਦੇਵ ਜੀ, ਇੱਕ ਵੱਡਾ ਸਵਾਲ ਆ। ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਵੀ ਗਠਿਤ ਹੋਇਆ ਸੀ, ਹੁਣ ਫਿਰ ਮਹਾਗਠਬੰਧਨ ਹੋਇਆ, ਕੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਤਾਂ ਜੀ ਇਹ ਪਹਿਲਾਂ ਗੱਲ ਸਾਂਝੀ ਕਰ ਚੁੱਕਿਆ ਤੁਹਾਡੇ ਨਾਲ, ਇਹ ਵੀ ਗਠਬੰਧਨ ਤਾਂ ਜਿਹੜਾ ਹੋਇਆ ਵਾ ਬਈ ਜਿਸ ਨਾਲ ਵੀ ਮਰਜ਼ੀ ਸਾਂਝ ਪਾਇਓ, ਪਰ ਉਹ ਦਿਲ ਨਾ ਨਿਭਾਇਓ, ਪਰ ਕਿਸੇ ਨੂੰ ਵੇਚਿਓ ਨਾ। ਤੁਹਾਡਾ 2022 ਦੇ ਵਿੱਚ ਵਿਧਾਨ ਸਭਾ ਦੀ ਇਲੈਕਸ਼ਨ ਦੁਬਾਰਾ ਫੇਰ ਆ ਰਹੀ ਆ, ਤੁਹਾਡਾ ਕੀ ਪ੍ਰੋਗਰਾਮ ਆ? ਹੁਣ ਤਾਂ ਜੀ ਨਿਰਾਸ਼ਾ ਹੀ ਆ ਬਸ, ਵੀ ਜੇ ਸਾਡੀਆਂ ਜਿਹੜੀਆਂ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਸਾਡੀਆਂ ਜਿਹੜੀਆਂ ਸਮੂਹ ਜਥੇਬੰਦੀਆਂ ਲੰਮੇ ਸਮੇਂ ਤੋਂ ਸੰਘਰਸ਼ ਕਰਦੀਆਂ ਨੇ, ਜੇ ਉਹ ਕੋਈ ਫਰੰਟ ਬਣਾਉਂਦੀਆਂ ਨੇ, ਸਾਂਝਾ ਮੋਰਚਾ ਬਣਾਉਂਦੀਆਂ ਨੇ, ਤਾਂ ਜ਼ਰੂਰ ਉਹਨਾਂ ਦਾ ਸਾਥ ਦੇਵਾਂਗੇ। ਚੋਣ ਲੜਨ ਦਾ ਜਿਹੜਾ ਹਜੇ ਤੱਕ ਤਾਂ ਕੋਈ ਮਨ ਨਹੀਂ ਹੈਗਾ। ਅਤੇ ਬਾਕੀ ਜਿਹੜੇ ਇਹ ਲੋਕ ਨੇ ਹੈਗੇ ਨੇ ਸਾਡੇ ਇਕੱਠੇ ਹੋ ਕੇ, ਜਿਨ੍ਹਾਂ ਨੇ ਦਿੱਲੀ ਦੇ ਵਿੱਚ ਮੋਰਚਾ ਫਤਿਹ ਕੀਤਾ ਵਾ, ਜ਼ਰੂਰ ਇਹਨਾਂ ਨੂੰ ਜਿਹੜੇ ਸਾਡੇ ਲੀਡਰ ਨੇ, ਜਿਹੜੇ ਉਹ ਭਾਵੇਂ ਕਾਂਗਰਸ ਹੋਵੇ ਭਾਵੇਂ ਅਕਾਲੀ ਹੋਵੇ, ਉਹਨਾਂ ਨੂੰ ਘੇਰਨ ਲਈ ਇੱਕ ਮੰਚ 'ਤੇ ਇਕੱਠਾ ਹੋਣਾ ਚਾਹੀਦਾ ਵਾ। ਅਤੇ ਜਿਹੜੇ ਸਾਡੇ ਕਿਸਾਨ ਨੇ, ਮਜ਼ਦੂਰ ਨੇ, ਨੌਜਵਾਨ ਨੇ, ਇਹਨਾਂ ਨੂੰ
ਮੈਂ ਤਾਂ ਫਿਰ ਇਹੀ ਅਪੀਲ ਕਰਦਾ ਵਾਂ ਕਿ ਇੱਕ ਮੰਚ 'ਤੇ ਇਕੱਠੇ ਹੋ ਕੇ ਆਪਣਾ ਕੋਈ ਫਰੰਟ ਬਣਾ ਕੇ ਪੂਰੇ ਪੰਜਾਬ ਦੇ ਵਿੱਚ ਆਪਣੇ ਜਿਹੜੇ ਹੈਗੇ ਨੇ MLA ਤਾਰਨੇ ਚਾਹੀਦੇ ਨੇ, ਅਤੇ ਜਿਹੜਾ ਇੱਥੇ ਆਪਣਾ ਰਾਜ ਸਥਾਪਿਤ ਕਰਨਾ ਚਾਹੀਦਾ MLA ਆਪਣੇ ਬਣਾਉਣੇ ਚਾਹੀਦੇ ਆ। ਦੇਵ ਜੀ, ਤੁਹਾਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਪਰ ਚੋਣ ਨਿਸ਼ਾਨ ਨਹੀਂ ਦਿੱਤਾ ਗਿਆ, ਪਰ ਫਿਰ ਵੀ ਤੁਸੀਂ ਲੜੇ। ਤੁਸੀਂ ਆਪਣੇ ਵਿਚਾਰ ਸਾਨੂੰ ਦਿਲ ਖੋਲ੍ਹ ਕੇ ਦੱਸੇ। ਤੁਹਾਡਾ ਅਸੀਂ ਰਵਿਦਾਸੀਆ TV ਵੱਲੋਂ ਸਮਾਂ ਕੱਢਣ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਧੰਨਵਾਦ ਜੀ। ਅਤੇ ਮੈਂ ਵੀ ਧੰਨਵਾਦ ਕਰਦਾ ਵਾਂ ਰਵਿਦਾਸੀਆ TV ਦਾ, ਜਿਨ੍ਹਾਂ ਨੇ ਸਰਾਭਾ ਜੀ ਦੀ ਜਨਮ ਭੂਮੀ ਵਿੱਚ ਆ ਕੇ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਮੇਰੇ ਨਾਲ ਵਧੀਕੀ ਕੀਤੀ, ਧੋਖਾ ਦਿੱਤਾ ਮੈਨੂੰ, ਉਹ ਜਿਹੜੇ ਮੇਰੇ ਨਾਲ ਹੋਇਆ, ਉਹ ਮੇਰੇ ਜਿਹੜੇ ਸਾਥੀ ਸੀਗੇ ਜਿਹੜੇ ਲੰਮੇ ਸਮੇਂ ਤੋਂ ਉਡੀਕ ਕਰਦੇ ਸੀਗੇ ਕਿ ਦੇਵ ਜੀ ਸਾਹਮਣੇ ਆ ਕੇ ਤੁਸੀਂ ਦੱਸੋ ਵੀ ਅਸਲ ਹੋਇਆ ਕੀ ਆ, ਉਹਨਾਂ ਤੱਕ ਮੇਰੀ ਆਵਾਜ਼ ਪਹੁੰਚਾਉਣ ਲਈ ਉਪਰਾਲਾ ਕੀਤਾ ਵਾ। ਮੈਂ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਸਾਡੇ ਰਵਿਦਾਸੀਆ TV ਜੀ ਦਾ। ਧੰਨਵਾਦ ਜੀ।